ਸਭ ਤੋਂ ਪਹਿਲਾਂ ਤੁਹਾਨੂੰ ਵਧਾਈਆਂ ਦਿੰਦੇ ਆ ਵੀ ਇੱਕ ਵਿਲੱਖਣ ਪਹਿਚਾਣ ਬਣਾਈ ਤੁਸੀਂ ਅੱਜ। ਤੁਹਾਨੂੰ ਮਤਲਬ ਜਿੱਥੇ ਵਰਲਡ ਬੁੱਕ ਆਫ ਰਿਕਾਰਡਸ ਤੁਹਾਡਾ ਨਾਮ ਦਰਜ ਹੋਇਆ ਤਾਂ ਕੈਪਟਨ ਸਾਹਿਬ ਦੇ ਵੱਲੋਂ ਵੀ ਸਨਮਾਨਿਤ ਕੀਤਾ ਜਾਏਗਾ। परसों ही कॉल आई है कि मैंने सम्मान किया जाएगा 15 अगस्त ਤੇ बहुत ज़्यादा अच्छा फील हो रहा है। ਤੁਸੀਂ ਅਲਗੋਜ਼ਿਆਂ ਨੂੰ ਚੁਣਿਆ। ਜ਼ਿਆਦਾਤਰ ਯੂਥ ਨੂੰ ਤਾਂ ਇਹੀ ਨਹੀਂ ਪਤਾ ਹੁੰਦਾ ਅਲਗੋਜ਼ੇ ਹੁੰਦੇ ਕੀ ਨੇ, ਤੇ ਜੇ ਕੋਈ ਵਜਾਉਂਦਾ ਆਪਾਂ ਦੇਖਦੇ ਹਾਂ ਕੋਈ ਫੈਸਟੀਵਲ ਹੁੰਦੇ ਆ ਜਾਂ ਉਸ ਕਾਲਜਾਂ ਦੇ ਵਿੱਚ ਫੰਕਸ਼ਨ ਹੁੰਦੇ ਆ ਉਸ ਦੇ ਵਿੱਚ ਵਜਾਏ ਜਾਂਦੇ ਨੇ, ਆਮ ਨੋਰਮਲ ਤਾਂ ਦੇਖਣ ਨੂੰ ਮਿਲਦੇ ਨਹੀਂ। ਸਟੇਜ ਤੇ ਖੜੇ ਸੀ ਉਸਤਾਦ ਜੀ ਤੇ ਉੱਥੇ ਕਿਸੇ ਨੇ ਉਹਨਾਂ ਨੂੰ ਸਵਾਲ ਕੀਤਾ ਕਿ ਕੋਈ ਕੁੜੀ ਨਹੀਂ ਹੈਗੀ ਇਸ ਫੀਲਡ 'ਚ, ਤੁਸੀਂ ਕੋਈ ਕੁੜੀ ਨੂੰ ਸ਼ਾਗਿਰਦ ਨਹੀਂ ਬਣਾਇਆ ਆਪਣੇ। ਤਾਂ ਉੱਥੇ ਉਦੋਂ ਮੇਰੇ ਡੈਡ ਫਿਰ ਉੱਠ ਕੇ ਉਹਨਾਂ ਨੇ ਕਿਹਾ, ਮੇਰੇ ਪਿਤਾ ਜੀ ਸਰਦਾਰ ਨਰਿੰਦਰਪਾਲ ਸਿੰਘ ਨੀਨਾ ਜੀ, ਉਹਨਾਂ ਨੇ ਕਿਹਾ ਕਿ ਮੇਰੀ ਬੇਟੀ ਅੱਗੇ ਆਏਗੀ ਤੇ ਸਿੱਖੇਗੀ। ਕਿੰਨਾ ਸਮਾਂ ਲੱਗਿਆ ਸੀ ਅਲਗੋਜ਼ੇ ਸਿੱਖਣ ਨੂੰ? ਪਹਿਲਾਂ ਪਾਣੀ ਦੇ ਵਿੱਚ ਸਾਨੂੰ ਪ੍ਰੈਕਟਿਸ ਕਰਨੀ ਪੈਂਦੀ ਹੈ, ਪਾਣੀ ਦੇ ਵਿੱਚ ਬੁਲਬੁਲੇ ਜਿਹੜੇ ਕਰਨੇ ਪੈਂਦੇ ਨੇ। ਪ੍ਰੈਕਟਿਸ ਕਰਦੇ ਕਰਦੇ 2 ਮਹੀਨੇ ਮੈਂ ਪਾਣੀ 'ਚ ਪ੍ਰੈਕਟਿਸ ਕੀਤੀ। ਉਸ ਤੋਂ ਬਾਅਦ 2 ਮਹੀਨੇ ਬਾਅਦ ਮੈਨੂੰ ਅਲਗੋਜ਼ੇ ਮਿਲੇ। ਜਿਸ ਦਿਨ ਮੈਨੂੰ ਅਲਗੋਜ਼ੇ ਮਿਲੇ ਸੀਗੇ ਉਸ ਦਿਨ ਤਾਂ ਮੇਰੀ ਖੁਸ਼ੀ ਨਹੀਂ ਸੰਭਾਲੀ ਜਾ ਰਹੀ ਸੀ ਕਿ ਮੈਨੂੰ ਸਾਜ਼ ਮੇਰੇ ਹੱਥ 'ਚ ਆ ਚੁੱਕਿਆ। ਜਿਸ ਤਰ੍ਹਾਂ ਕਿ ਨਰਿੰਦਰਪਾਲ ਸਿੰਘ ਜੀ ਦਾ ਬਾਲੀਵੁੱਡ ਇੰਡਸਟਰੀ ਦੇ ਵਿੱਚ ਕਾਫੀ ਵਧੀਆ ਨਾਮ ਹੈ, ਤੁਹਾਡੇ ਮਦਰ ਵੀ ਬਾਲੀਵੁੱਡ ਇੰਡਸਟਰੀ ਦੇ ਵਿੱਚ ਕਾਫੀ ਵਧੀਆ ਕੰਮ ਕਰ ਰਹੇ ਨੇ, ਬ੍ਰਦਰ ਵੀ ਕਰ ਰਹੇ ਨੇ, ਤਾਂ ਕਦੀ ਇਹ ਨਹੀਂ ਹੋਇਆ ਹੈਗਾ ਵੀ ਮੈਂ ਵੀ ਇਸ ਫੀਲਡ ਦੇ ਵਿੱਚ ਜਾਵਾਂ? ਮੇਰੀ ਇੱਛਾ ਸੀ ਕਿ ਮੈਂ ਜੋ ਚੀਜ਼ ਪੋਸੀਬਲ ਨਹੀਂ ਹੈਗੀ ਮੈਂ ਉਸ ਚੀਜ਼ ਨੂੰ ਪੋਸੀਬਲ ਕਰਕੇ ਦਿਖਾਵਾਂ। ਫਾਦਰ ਸਾਹਿਬ ਨੂੰ ਦੇਖ ਕੇ ਹੀ ਮੈਨੂੰ ਘੋੜਸਵਾਰੀ ਦਾ ਵੀ ਸ਼ੌਂਕ ਉੱਥੋਂ ਹੀ ਹੋਇਆ ਤੇ ਮੈਂ ਇੰਟਰਨੈਸ਼ਨਲ ਲੈਵਲ ਤੇ ਵੀ ਪਰਫਾਰਮ ਕਰ ਚੁੱਕੀ ਹਾਂ। ਵੀਅਤਨਾਮ ਤੇ ਇਜਿਪਟ ਬਚਪਨ 'ਚ ਮੈਂ ਭੰਗੜਾ ਵੀ ਕਰਦੀ ਰਹੀ ਹਾਂ ਤੇ ਇੰਟਰਨੈਸ਼ਨਲ ਲੈਵਲ ਤੇ ਜਾਂ ਕੋਈ ਪਲੇ ਸਿੱਖ ਰਿਲੀਜਨ ਦੇ ਉੱਪਰ ਬਾਬਾ ਬੰਦਾ ਸਿੰਘ ਬਹਾਦਰ ਛੋਟੇ ਸਾਹਿਬਜ਼ਾਦਿਆਂ ਤੇ ਪਲੇ ਕਰਕੇ। ਤੁਸੀਂ ਇਹ ਇੰਡੀਆ ਬੁੱਕ ਆਫ ਰਿਕਾਰਡਸ ਲਈ ਅਪਲਾਈ ਕਿੱਦਾਂ ਕੀਤਾ? ਇਹ ਜ਼ਿਹਨ ਦੇ ਵਿੱਚ ਕਿੱਦਾਂ ਆਇਆ ਵੀ ਮੈਂ 2.5 ਸਾਲ ਪ੍ਰੈਕਟਿਸ ਕਰ ਲਈ, ਹੁਣ ਥੋੜਾ ਜਿਹਾ ਅੱਗੇ ਨੂੰ ਵਧਿਆ ਜਾਵੇ? ਮੇਰੇ ਭਰਾ ਨੇ ਮੈਨੂੰ ਇੱਕ ਦਿਨ ਕਿਹਾ ਤੂੰ ਮੈਨੂੰ ਆਪਣੀ ਨਾ ਵੀਡੀਓ ਬਣਾ ਕੇ ਭੇਜ, ਤੇ ਮੈਂ ਕਹਿੰਦੇ ਮੈਂ ਕਿਸੇ ਨੂੰ ਭੇਜਣੀ ਆ ਤੇ ਮੈਂ ਆਪਣੇ ਬ੍ਰਦਰ ਨੂੰ ਵੀਡੀਓ ਬਣਾ ਕੇ ਭੇਜੀ ਤੇ ਫਿਰ ਉਹਨਾਂ ਨੇ ਫਾਰਮ ਵਗੈਰਾ ਕਢਾ ਕੇ ਉਹਨਾਂ ਨੇ ਆਪੇ ਹੀ ਅਪਲਾਈ ਕੀਤਾ ਸਾਰਾ ਕਰਕੇ ਤੇ ਮੇਰੇ ਬਰਥਡੇ ਵਾਲੇ ਦਿਨ ਮੈਨੂੰ ਸਰਪ੍ਰਾਈਜ਼ ਦਿੱਤਾ ਉਹਨਾਂ ਨੇ। ਕੰਡੀਆਂ ਤੇ ਵੀ ਤੁਰਨਾ ਪੈਂਦਾ, ਕਦੇ ਕਰੀਏ ਪਰਵਾਹ ਨਾ, ਮੁੱਲ ਮਿਹਨਤ ਦਾ ਜੇ ਲੈਣਾ ਤਾਂ ਕਦੇ ਛੱਡੀਏ ਰਾਹ ਨਾ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਤੁਹਾਡੇ ਨਾਲ ਨਵਦੀਪ ਕੌਰ। ਅੱਜ ਇੱਕ ਅਜਿਹੀ ਸ਼ਖਸੀਅਤ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਜਿਸ ਦੀ ਤੁਸੀਂ ਦਿੱਖ ਦੇ ਕੇ ਗੁਰੂ ਦੀ ਸਿੰਘਣੀ ਹੈ। ਪਰਿਵਾਰ ਸਾਰਾ ਬਾਲੀਵੁੱਡ ਇੰਡਸਟਰੀ ਦੇ ਵਿੱਚ ਕੰਮ ਕਰ ਰਿਹਾ ਹੈ, ਵਧੀਆ ਨਾਮ ਕਮਾ ਰਿਹਾ ਹੈ। ਨਰਿੰਦਰਪਾਲ ਸਿੰਘ ਹੋਰਾਂ ਦੀ ਕੁੜੀ ਹੈ ਅਨੁਰੀਤਪਾਲ ਕੌਰ, ਜਿਸਨੇ ਕਿ ਇੱਕ ਅੱਜ ਆਪਣੀ ਵਿਲੱਖਣ ਪਹਿਚਾਣ ਇਸ ਸਮਾਜ ਦੇ ਵਿੱਚ ਬਣਾਈ ਹੈ। ਅਲਗੋਜ਼ਿਆਂ ਦੇ ਵਿੱਚ ਮੁਹਾਰਤ ਹਾਸਲ ਕੀਤੀ ਹੈ, ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਨਾਮ ਦਰਜ ਕੀਤਾ ਹੈ ਤੇ ਕੱਲ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਵੀ ਇਹਨਾਂ ਨੂੰ ਸਨਮਾਨਿਤ ਕੀਤਾ ਜਾਣਾ ਹੈ। ਤਾਂ ਸਮਾਂ ਨਾ ਜ਼ਾਇਆ ਕਰਦੇ ਹੋਏ ਸਭ ਤੋਂ ਪਹਿਲਾਂ ਤੁਹਾਡੀ ਮੁਲਾਕਾਤ ਅਨੁਰੀਤਪਾਲ ਕੌਰ ਨਾਲ ਕਰਵਾਉਂਦੇ ਆ ਤੇ ਉਹਨਾਂ ਦੀ ਸ਼ੁਰੂਆਤ ਹੀ ਇਸ ਇੰਟਰਵਿਊ ਦੀ ਆਪਾਂ ਉਹਨਾਂ ਦੇ ਅਲਗੋਜ਼ਿਆਂ ਤੋਂ ਸੁਣਾਉਂਦੇ ਆ ਕਿ ਕਿੰਨੇ ਬੜੇ ਹੀ ਰਸ ਭਰਿਆ ਜੋ ਹੈ ਅਲਗੋਜ਼ੇ ਵਜਾਉਂਦੇ ਨੇ ਤੇ ਵਰਲਡ ਦੀ ਇੱਕ ਪਹਿਲੀ ਮਹਿਲਾ ਕਹਿ ਸਕਦੇ ਹਾਂ ਕਿ ਜਿਸ ਨੇ ਅਲਗੋਜ਼ਿਆਂ ਦੇ ਵਿੱਚ ਮੁਹਾਰਤ ਹਾਸਲ ਕਰਕੇ ਵਰਲਡ ਬੁੱਕ ਆਫ ਰਿਕਾਰਡਸ ਦੇ ਵਿੱਚ ਆਪਣਾ ਨਾਮ ਦਰਜ ਕੀਤਾ ਹੈ। ਅਨੁਰੀਤ ਜੀ, ਸਵਾਗਤ ਹੈ ਹਮਦਰਦ ਟੀਵੀ ਤੇ। ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਨੁਰੀਤ ਜੀ, ਸਭ ਤੋਂ ਪਹਿਲਾਂ ਆਪਾਂ ਤੁਹਾਡੇ ਅਲਗੋਜ਼ਿਆਂ ਦੀ ਉਹ ਰਸ ਭਿੰਨੀ ਆਵਾਜ਼ ਸੁਣਨਾ ਚਾਹਾਂਗੇ, ਉਸ ਤੋਂ ਬਾਅਦ ਆਪਾਂ ਅਗਲੀ ਗੱਲ ਕਰਦੇ ਹਾਂ।
ਬਹੁਤ ਹੀ ਸੋਹਣਾ ਜੋ ਇਹਨਾਂ ਨੇ ਅਲਗੋਜ਼ੇ ਵਜਾਏ ਨੇ, ਮਤਲਬ ਇਹ ਸੁਣ ਕੇ ਇੰਜ ਲੱਗਦਾ ਹੀ ਨਹੀਂ ਸੀ ਵੀ ਹੈ ਨਾ ਵੀ ਇੱਕ ਕੁੜੀ ਦੇ ਵੱਲੋਂ ਅਲਗੋਜ਼ੇ ਵਜਾਏ ਜਾ ਰਹੇ ਨੇ। ਸਭ ਤੋਂ ਪਹਿਲਾਂ ਤੁਹਾਨੂੰ ਵਧਾਈਆਂ ਦਿੰਦੇ ਆ ਵੀ ਇੱਕ ਵਿਲੱਖਣ ਪਹਿਚਾਣ ਬਣਾਈ ਤੁਸੀਂ ਅੱਜ। ਤੁਹਾਨੂੰ ਮਤਲਬ ਜਿੱਥੇ ਵਰਲਡ ਬੁੱਕ ਆਫ ਰਿਕਾਰਡਸ ਤੁਹਾਡਾ ਨਾਮ ਦਰਜ ਹੋਇਆ ਤਾਂ ਕੈਪਟਨ ਸਾਹਿਬ ਦੇ ਵੱਲੋਂ ਵੀ ਸਨਮਾਨਿਤ ਕੀਤਾ ਜਾਏਗਾ। ਜੀ ਜੀ ਬਿਲਕੁਲ, ਮੈਨੂੰ ਪਰਸੋਂ ਹੀ ਕਾਲ ਆਈ ਹੈਗੀ ਕਿ ਮੈਨੂੰ ਸਨਮਾਨ ਕੀਤਾ ਜਾਏਗਾ 15 ਅਗਸਤ ਤੇ ਬਹੁਤ ਜ਼ਿਆਦਾ ਅੱਛਾ ਫੀਲ ਹੋ ਰਿਹਾ ਹੈ। ਬਿਲਕੁਲ। ਤਾਂ ਅਨੁਰੀਤ ਜੀ, ਆਪਾਂ ਇੱਕ ਚੀਜ਼ ਦੇਖਦੇ ਹਾਂ ਵੀ ਅੱਜ ਕੱਲ੍ਹ ਦੇ ਯੂਥ ਦੀ ਗੱਲ ਕਰੀਏ, ਤੁਸੀਂ ਅਲਗੋਜ਼ਿਆਂ ਨੂੰ ਚੁਣਿਆ। ਜ਼ਿਆਦਾਤਰ ਯੂਥ ਨੂੰ ਤਾਂ ਇਹੀ ਨਹੀਂ ਪਤਾ ਹੁੰਦਾ ਅਲਗੋਜ਼ੇ ਹੁੰਦੇ ਕੀ ਨੇ, ਤੇ ਜੇ ਕੋਈ ਵਜਾਉਂਦਾ, ਆਪਾਂ ਦੇਖਦੇ ਹਾਂ ਕੋਈ ਫੈਸਟੀਵਲ ਹੁੰਦੇ ਆ ਜਾਂ ਉਸ ਕਾਲਜਾਂ ਦੇ ਵਿੱਚ ਫੰਕਸ਼ਨ ਹੁੰਦੇ ਆ ਉਸ ਦੇ ਵਿੱਚ ਵਜਾਏ ਜਾਂਦੇ ਨੇ, ਆਮ ਨੋਰਮਲ ਤਾਂ ਦੇਖਣ ਨੂੰ ਮਿਲਦੇ ਨਹੀਂ। ਤਾਂ ਤੁਹਾਡੇ ਜ਼ਿਹਨ ਦੇ ਵਿੱਚ ਕਿਸ ਤਰ੍ਹਾਂ ਆਇਆ ਵੀ ਜਿਹੜੇ ਅਲਗੋਜ਼ਿਆਂ ਨੂੰ ਮੇਲਸ ਦੇ ਵੱਲੋਂ ਵਜਾਇਆ ਜਾਂਦਾ ਤਾਂ ਮੈਂ ਵਜਾਵਾਂ? ਮੇਰੇ ਉਸਤਾਦ ਜੀ ਦਾ ਇੱਕ ਪ੍ਰੋਗਰਾਮ ਹੋਇਆ ਸੀਗਾ, ਉੱਥੇ ਸਾਰੇ ਬॉयਜ਼ ਸੀਗੇ ਤੇ ਉੱਥੇ ਅਨਾਉਂਸ ਕੀਤਾ ਗਿਆ, ਕਹਿੰਦੇ ਸਟੇਜ ਤੇ ਖੜੇ ਸੀ ਉਸਤਾਦ ਜੀ ਤੇ ਉੱਥੇ ਕਿਸੇ ਨੇ ਉਹਨਾਂ ਨੂੰ ਸਵਾਲ ਕੀਤਾ ਕਿ ਕੋਈ ਕੁੜੀ ਨਹੀਂ ਹੈਗੀ ਇਸ ਫੀਲਡ 'ਚ, ਤੁਸੀਂ ਕੋਈ ਕੁੜੀ ਨੂੰ ਸ਼ਾਗਿਰਦ ਨਹੀਂ ਬਣਾਇਆ ਆਪਣੇ? ਤਾਂ ਉੱਥੇ ਉਦੋਂ ਮੇਰੇ ਡੈਡ ਫਿਰ ਉੱਠ ਕੇ ਉਹਨਾਂ ਨੇ ਕਿਹਾ, ਮੇਰੇ ਪਿਤਾ ਜੀ ਸਰਦਾਰ ਨਰਿੰਦਰਪਾਲ ਸਿੰਘ ਮੀਨਾ ਜੀ, ਉਹਨਾਂ ਨੇ ਕਿਹਾ ਕਿ ਮੇਰੀ ਬੇਟੀ ਅੱਗੇ ਆਏਗੀ ਤੇ ਸਿੱਖੇਗੀ। ਮੈਂ ਉਸ ਦਿਨ ਤੋਂ ਹੀ ਫਿਰ ਸ਼ੁਰੂ ਹੋ ਗਈ ਸੀ ਇੱਧਰਲੀ ਸਾਈਡ। ਜਦੋਂ ਫਾਦਰ ਸਾਹਿਬ ਨੇ ਤੁਹਾਡਾ ਨਾਮ ਲਿਆ ਵੀ ਮੇਰੀ ਬੇਟੀ ਅੱਗੇ ਆਈ ਸੀ, ਉਸ ਸਮੇਂ ਤੁਹਾਡਾ ਕੀ ਰਿਐਕਸ਼ਨ ਸੀ? ਐਕਚੁਅਲੀ ਸਾਡਾ ਅਸੀਂ 2 ਸਾਲ ਹੁਣ ਕੰਟੀਨਿਊ 2 ਸਾਲ ਤੋਂ ਅਸੀਂ ਵਿਰਾਸਤੀ ਅਖਾੜਾ ਕਰਾਇਆ ਸੀ, ਡਿਊ ਟੂ ਕੋਵਿਡ ਉਹ ਬੰਦ ਹੋ ਗਿਆ ਸੀਗਾ ਤੇ ਹਰ ਮਹੀਨੇ ਅਸੀਂ ਲਾਸਟ ਸੰਡੇ ਕਰਵਾਉਂਦੇ ਸੀ ਇਸ ਪ੍ਰੋਗਰਾਮ ਨੂੰ। ਤੇ ਉੱਥੇ ਸਾਰੇ ਜਾਣੇ ਜਦੋਂ ਪ੍ਰੈਕਟਿਸ ਕਰਦੇ ਸੀਗੇ ਸਾਰੇ ਸਾਜ਼ ਵਜਾਉਂਦੇ ਸੀ, ਕੋਈ ਸਿੰਗਿੰਗ ਕਰਦਾ ਸੀ, ਕੋਈ ਕੁਛ ਤੇ ਉੱਥੇ ਬੜੀ ਜ਼ਿਆਦਾ ਰੁਚੀ ਹੁੰਦੀ ਸੀ ਕਿ ਸਿੱਖਣਾ ਹੈ ਕੁਛ। ਤੇ ਬਚਪਨ ਤੋਂ ਮੈਂ ਗੱਤਕੇ ਦੇ ਨਾਲ ਵੀ ਜੁੜੀ ਹੋਈ ਹਾਂ ਤੇ ਬਚਪਨ ਤੋਂ ਡੈਡ ਦੇ ਨਾਲ ਜਾਂ ਪੇਰੈਂਟਸ ਦੇ ਨਾਲ ਕਿਤੇ ਜਾਣਾ, ਕਿਸੇ ਫੰਕਸ਼ਨ ਤੇ ਜਾਣਾ, ਉੱਥੇ ਵਿਰਾਸਤ ਕੋਈ ਵਿਰਾਸਤੀ ਅਸੀਂ ਦੇਖਦੇ ਸੀਗੇ ਸੰਭਾਲ ਜਿਹੜੀ ਲੋਕੀ ਕਰਦੇ ਨੇ, ਉੱਥੇ ਡਾਂਸ ਹੋਣੇ, ਇੰਸਟਰੂਮੈਂਟ ਹੋਣੇ, ਉੱਥੇ ਸ਼ੁਰੂ ਤੋਂ ਹੀ ਰੁਚੀ ਹੈਗੀ ਇਹਨਾਂ ਚੀਜ਼ਾਂ ਦੇ ਵਿੱਚ। ਤੇ ਉੱਥੇ ਫਿਰ ਜਦੋਂ ਡੈਡ ਨੇ ਅਨਾਉਂਸ ਕੀਤਾ ਤੇ ਮੈਨੂੰ ਵੀ ਖੁਦ ਨੂੰ ਵੀ ਐਕਸਾਈਟਮੈਂਟ ਸੀਗੀ ਕਿ ਜੇ ਹੁਣ ਘਰਦਿਆਂ ਨੇ ਕਿਹਾ ਤਾਂ ਉਸ ਚੀਜ਼ ਨੂੰ ਕਰਕੇ ਦਿਖਾਉਣਾ ਹੈਗਾ। ਕਿੰਨਾ ਸਮਾਂ ਲੱਗਿਆ ਸੀ ਅਲਗੋਜ਼ੇ ਸਿੱਖਣ ਨੂੰ? ਮੈਨੂੰ ਹੁਣ 2.5 ਸਾਲ ਹੋ ਗਏ ਨੇ ਇਹਦੇ ਵਿੱਚ। ਤੇ ਮੈਨੂੰ ਪਹਿਲਾਂ ਪਾਣੀ ਦੇ ਵਿੱਚ ਸਾਨੂੰ ਪ੍ਰੈਕਟਿਸ ਕਰਨੀ ਪੈਂਦੀ ਹੈ, ਪਾਣੀ ਦੇ ਵਿੱਚ ਬੁਲਬੁਲੇ ਜਿਹੜੇ ਕਰਨੇ ਪੈਂਦੇ ਨੇ। ਅਸੀਂ ਇੱਕ ਬਿਲਕੁਲ ਇੱਕ ਤਾਲ ਦੇ ਵਿੱਚ ਹੀ ਜਾਣਾ ਹੁੰਦਾ, ਇੱਕ ਲੈਵਲ ਹੁੰਦਾ ਕਿ ਉੱਪਰ ਨੀਚੇ ਨਹੀਂ ਹੋਣੇ ਚਾਹੀਦੇ, ਕੋਈ ਬੁਲਬੁਲੇ ਨੇ ਜਿਹੜੇ ਸਾਰ ਵੱਜਣੇ ਚਾਹੀਦੇ ਨੇ। ਤੇ ਉਹਨੂੰ ਪ੍ਰੈਕਟਿਸ ਕਰਦੇ ਕਰਦੇ 2 ਮਹੀਨੇ ਮੈਂ ਪਾਣੀ 'ਚ ਪ੍ਰੈਕਟਿਸ ਕੀਤੀ। ਉਸ ਤੋਂ ਬਾਅਦ 2 ਮਹੀਨੇ ਬਾਅਦ ਮੈਨੂੰ ਅਲਗੋਜ਼ੇ ਮਿਲੇ। ਜਿਸ ਦਿਨ ਮੈਨੂੰ ਅਲਗੋਜ਼ੇ ਮਿਲੇ ਸੀਗੇ ਉਸ ਦਿਨ ਤਾਂ ਮੇਰੀ ਖੁਸ਼ੀ ਨਹੀਂ ਸੰਭਾਲੀ ਜਾ ਰਹੀ ਸੀ ਕਿ ਮੈਨੂੰ ਸਾਜ਼ ਮੇਰੇ ਹੱਥ 'ਚ ਆ ਚੁੱਕਿਆ। ਰਾਤ ਨੂੰ ਨੀਂਦ ਆ ਗਈ ਸੀ ਉਦਣ ਵੀ ਅਲਗੋਜ਼ੇ ਹੱਥ 'ਚ? ਬਸ ਮੈਂ ਆਪਣੇ ਘਰਦਿਆਂ ਨੂੰ ਹੀ ਕਹੀ ਜਾ ਰਹੀ ਸੀ, ਮੈਂ ਕਿਹਾ ਮੈਂ ਤੁਹਾਡਾ ਡ੍ਰੀਮ ਪੂਰਾ ਕਰਕੇ ਦਿਖਾਉਣਾ ਤੁਹਾਨੂੰ। ਜਿਸ ਤਰ੍ਹਾਂ ਕਿ ਨਰਿੰਦਰਪਾਲ ਸਿੰਘ ਜੀ ਦਾ ਬਾਲੀਵੁੱਡ ਇੰਡਸਟਰੀ ਦੇ ਵਿੱਚ ਕਾਫੀ ਵਧੀਆ ਨਾਮ ਹੈ, ਤੁਹਾਡੇ ਮਦਰ ਵੀ ਬਾਲੀਵੁੱਡ ਇੰਡਸਟਰੀ ਦੇ ਵਿੱਚ ਕਾਫੀ ਵਧੀਆ ਕੰਮ ਕਰ ਰਹੇ ਨੇ, ਬ੍ਰਦਰ ਵੀ ਕਰ ਰਹੇ ਨੇ, ਤਾਂ ਕਦੀ ਇਹ ਨਹੀਂ ਹੋਇਆ ਹੈਗਾ ਵੀ ਮੈਂ ਵੀ ਇਸ ਫੀਲਡ ਦੇ ਵਿੱਚ ਜਾਵਾਂ? ਕਿਉਂਕਿ ਤੁਸੀਂ ਅੰਮ੍ਰਿਤਪਾਨ ਕੀਤਾ ਹੋਇਆ, ਗੁਰੂ ਦਾ ਬਾਣਾ ਧਾਰਨ ਕੀਤਾ ਹੋਇਆ, ਤਾਂ ਲੱਗਿਆ ਨਹੀਂ ਵੀ ਉਹ ਕੰਮ ਸੌਖਾ ਸੀ ਤੇ ਇਹ ਕੰਮ ਥੋੜ੍ਹਾ ਜਿਹਾ ਔਖਾ ਨਹੀਂ ਲੱਗਦਾ? ਮੈਨੂੰ ਇਹ ਲੱਗਦਾ ਕਿ ਮੈਂ ਸ਼ਾਇਦ ਮੇਰੀ ਇੱਛਾ ਸੀ ਕਿ ਮੈਂ ਜੋ ਚੀਜ਼ ਪੋਸੀਬਲ ਨਹੀਂ ਹੈਗੀ ਮੈਂ ਉਸ ਚੀਜ਼ ਨੂੰ ਪੋਸੀਬਲ ਕਰਕੇ ਦਿਖਾਵਾਂ। ਤੇ ਮੈਂ 6 ਸਾਲ ਪਹਿਲਾਂ ਅੰਮ੍ਰਿਤ ਛਕਿਆ ਸੀ, ਜਦੋਂ ਮੈਂ ਬਚਪਨ ਤੋਂ ਗੱਤਕਾ ਖੇਡਦੀ ਆ ਰਹੀ ਹਾਂ ਤੇ ਸਾਰਿਆਂ ਦੇ ਵਿੱਚ ਜਦੋਂ ਸਾਰੇ ਬਾਣੇ ਦੇ ਵਿੱਚ ਹੁੰਦੇ ਸੀ, ਸਾਰੇ ਸਰੂਪ 'ਚ ਹੁੰਦੇ ਸੀ, ਤਾਂ ਦਿਲ ਹੀ ਨਹੀਂ ਕੀਤਾ ਕਦੇ ਕੋਈ ਗਲਤ ਖਿਆਲ ਹੀ ਨਹੀਂ ਆਇਆ ਕਿ ਮੈਂ ਕਿਸੇ ਹੋਰ ਫੀਲਡ 'ਚ ਜਾਵਾਂ ਜਾਂ ਮੈਨੂੰ ਸਿੱਖੀ ਦੇ ਰਾਹ 'ਤੇ ਨਹੀਂ ਤੁਰਨਾ ਚਾਹੀਦਾ ਜਾਂ ਮੈਨੂੰ ਸਰੂਪ 'ਚ ਨਹੀਂ ਆਉਣਾ ਚਾਹੀਦਾ। ਤੇ ਮੈਂ ਖੁਦ ਆਪਣੀ ਖੁਸ਼ੀ ਦੇ ਨਾਲ ਅੰਮ੍ਰਿਤ ਛਕਿਆ ਸੀਗਾ, ਦਸਤਾਰ ਸਜਾਈ ਸੀਗੀ ਤੇ ਮੇਰੇ ਘਰਦਿਆਂ ਨੇ ਮੈਨੂੰ ਕਿਹਾ ਸੀਗਾ ਕਿ ਤੂੰ ਆਪਣੀਆਂ ਇਹ ਨਾ ਕਹੀਂ ਕਿ ਮੇਰੀਆਂ ਕੋਈ ਇੱਛਾਵਾਂ ਸੀ, ਕੋਈ ਡ੍ਰੀਮ ਸੀਗੇ ਤੇ ਖਤਮ ਹੋ ਗਏ ਮੇਰੇ। ਤੇ ਮੈਂ ਆਪਣੀ ਫੈਮਿਲੀ ਨੂੰ ਕਿਹਾ ਸੀ ਜੇ ਮੈਂ ਕੋਈ ਆਪਣਾ ਪਰਸਿਊ ਕਰਨਾ ਹੋਏਗਾ ਡ੍ਰੀਮ ਤਾਂ ਮੈਂ ਇਸ ਰੂਪ 'ਚ ਹੀ ਕਰਾਂਗੀ। ਜੀ। ਨਰਿੰਦਰਪਾਲ ਸਿੰਘ ਜੀ ਨੇ ਜਦੋਂ ਤੁਹਾਡਾ ਅਨਾਉਂਸਮੈਂਟ ਕੀਤੀ ਤਾਂ ਉਦੋਂ ਇਹ ਨਹੀਂ ਲੱਗਾ ਵੀ ਮੈਂ ਕੁਝ ਹੋਰ ਬਣਨਾ ਚਾਹੁੰਦੀ ਸੀ ਤੇ ਫਾਦਰ ਸਾਹਿਬ ਨੇ ਕੀ ਅਨਾਉਂਸ ਕਰਤਾ? ਨਹੀਂ, ਬਿਲਕੁਲ ਨਹੀਂ, ਬਿਕਾਜ਼ ਘਰਦਿਆਂ ਨੂੰ ਪ੍ਰਾਊਡ ਫੀਲ ਕਰਾਉਣਾ ਮੈਂ ਸ਼ੁਰੂ ਤੋਂ ਹੀ ਸੋਚਦਾ ਸੀ ਕੋਈ ਇਹੋ ਜਿਹੀ ਮੂਮੈਂਟ ਆਏ ਜਿੱਥੇ ਮੈਂ ਆਪਣੇ ਘਰਦਿਆਂ ਨੂੰ ਪ੍ਰਾਊਡ ਫੀਲ ਕਰਾ ਸਕਾਂ ਕਿ ਉਹ ਮੇਰੇ 'ਤੇ ਫਖਰ ਕਰ ਸਕਣ। ਇਸ ਅਨਾਉਂਸਮੈਂਟ ਤੋਂ ਪਹਿਲਾਂ ਤੁਹਾਡੇ ਜ਼ਿਹਨ ਦੇ ਵਿੱਚ ਕੀ ਸੀ ਵੀ ਮੈਂ ਵੱਡੀ ਹੋ ਕੇ ਆਹ ਬਣਨਾ ਜਾਂ ਆਹ ਕਾਮਯਾਬੀ ਹਾਸਲ ਕਰਨੀ? ਉਦੋਂ ਮੈਂ ਸਟੱਡੀ ਕਰ ਰਹੀ ਸੀ ਡਿਜੀਟਲ ਮਾਰਕੀਟਿੰਗ ਤੇ ਗ੍ਰਾਫਿਕ ਡਿਜ਼ਾਈਨਿੰਗ ਦੀ, ਉਹਦੇ ਦੌਰਾਨ ਹੀ ਮੈਂ ਇਸ ਚੀਜ਼ ਨੂੰ ਸ਼ੁਰੂ ਕੀਤਾ। ਤੇ ਇਹ ਨਹੀਂ ਲੱਗਦਾ ਵੀ ਇੱਕ ਪਾਸੇ ਉਹ ਇੰਡਸਟਰੀ ਸੌਖੀ ਸੀਗੀ, ਇਹ ਥੋੜਾ ਜਿਹਾ ਔਖਾ ਵੀ ਰਾਹ ਹੋ ਗਿਆ ਆ? ਘੋੜਸਵਾਰੀ ਵੀ ਕਰ ਲੈਂਦੇ ਹੋ, ਗੱਤਕਾ ਵੀ ਖੇਡ ਲੈਂਦੇ ਹੋ, ਤੇ ਇੰਨੀ ਕਲਾ ਮਤਲਬ ਕਿੱਥੋਂ ਆਈ? ਮਤਲਬ ਅੱਜ ਕੱਲ੍ਹ ਦੇ ਯੂਥ ਦੇ ਵਿੱਚ ਤਾਂ ਇਹ ਦੇਖਣ ਨੂੰ ਹੀ ਨਹੀਂ ਮਿਲਦੀਆਂ ਚੀਜ਼ਾਂ, ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਇਹ ਹੁੰਦਾ ਕੀ ਹੈ। ਜੀ, ਵੈਸੇ ਮੈਂ ਪ੍ਰਾਊਡ ਟੂ ਬੀ ਸਿੱਖ 2 ਦਾ ਟਾਈਟਲ Song ਕੀਤਾ ਸੀ, ਉਹਦੇ ਵਿੱਚ ਮੈਂ ਘੋੜਸਵਾਰੀ ਕੀਤੀ ਹੋਈ ਹੈ ਤੇ ਫਾਦਰ ਸਾਹਿਬ ਨੂੰ ਦੇਖ ਕੇ ਹੀ ਮੈਨੂੰ ਘੋੜਸਵਾਰੀ ਦਾ ਵੀ ਸ਼ੌਂਕ ਉੱਥੋਂ ਹੀ ਹੋਇਆ ਤੇ ਮੈਂ ਇੰਟਰਨੈਸ਼ਨਲ ਲੈਵਲ 'ਤੇ ਵੀ ਪਰਫਾਰਮ ਕਰ ਚੁੱਕੀ ਹਾਂ, ਵੀਅਤਨਾਮ ਤੇ ਇਜਿਪਟ। ਤੇ ਅੱਜ ਕੱਲ੍ਹ ਦਾ ਯੂਥ ਵੈਸੇ ਬੇਸਿਕਲੀ ਹੈਗਾ ਕਿ ਉਹ ਮਾਡਰਨ ਜ਼ਮਾਨੇ ਦੇ ਨਾਲ ਹੀ ਤੁਰਨਾ ਚਾਹੁੰਦਾ ਹੈ, ਜੋ ਮਾਡਰਨ ਅੱਜ ਕੱਲ੍ਹ ਜੋ ਚੱਲ ਰਿਹਾ ਭੇਡ ਚਾਲ ਹੈਗੀ ਹੈ, ਇੱਕ ਜਣਾ ਕਰਦਾ ਸਾਰੇ ਉਹਦੇ ਮਗਰ ਲੱਗਦੇ ਨੇ।
ਤੇ ਮੈਨੂੰ ਲੱਗਦਾ ਹੈ ਕਿ ਆਪਣੇ ਪੰਜਾਬੀ ਵਿਰਸੇ ਨੂੰ ਸੰਭਾਲਣਾ ਇੱਕ ਬਹੁਤ ਵੱਡੀ ਗੱਲ ਹੈ, ਬਿਕਾਜ਼ ਜਿਹੜੀ ਚੀਜ਼ ਅਲੋਪ ਹੋ ਰਹੀ ਹੈ ਉਹਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ। ਅੱਗੇ ਦੀ ਜਨਰੇਸ਼ਨ ਵਾਸਤੇ ਉਹਨਾਂ ਨੂੰ ਦੱਸਣਾ ਕਿ ਸਾਡਾ ਪੁਰਾਣਾ ਮੁੱਢ ਸਾਡਾ ਕੀ ਸੀ, ਸਾਡਾ ਪਿਛੋਕੜ ਕੀ ਸੀਗਾ। ਬਿਲਕੁਲ, ਕਈ ਵਾਰ ਦਿਲ ਨਹੀਂ ਟੁੱਟਿਆ ਵੀ ਜਦੋਂ ਆਪਾਂ ਕੋਈ ਚੰਗਾ ਕੰਮ ਕਰਦੇ ਆ ਰਾਹ ਦੇ ਵਿੱਚ ਔਖਾਈਆਂ ਆਉਂਦੀਆਂ ਨੇ ਤਾਂ ਇੱਕ ਟਾਈਮ ਬੰਦਾ ਢਹਿ ਢੇਰੀ ਹੋ ਜਾਂਦਾ ਵੀ ਮਨਾ ਛੱਡ ਹੁਣ ਨਹੀਂ ਇਹ ਕੰਮ ਕਰਨਾ, ਕਦੀ ਇਦਾਂ ਦਾ ਸਬੱਬ ਬਣਿਆ? ਅਲਗੋਜ਼ੇ ਸਟਾਰਟਿੰਗ ਜਦੋਂ ਸਿੱਖਣੇ ਸਟਾਰਟ ਕੀਤੇ ਸੀ ਉਦੋਂ ਹੀ ਔਖ ਆਈ ਸੀਗੀ, ਜਦੋਂ ਪਾਣੀ 'ਚ ਪ੍ਰੈਕਟਿਸ ਕਰ ਰਹੀ ਸੀ ਉਦੋਂ ਕਈ ਵਾਰੀ ਹੁੰਦਾ ਸੀ ਕਿ ਕਦੇ ਕਦੇ ਤਾਂ 2-3 ਮਿੰਟ ਸਾਹ ਚੱਲਦਾ ਸੀ, ਕਦੇ 1 ਮਿੰਟ ਵੀ ਨਹੀਂ ਸੀ ਚੱਲਦਾ, ਬਬਲਸ ਨਹੀਂ ਸੀ ਉੱਪਰ ਨੀਚੇ ਹੁੰਦੇ ਸੀ, ਪ੍ਰੋਪਰ ਨਹੀਂ ਸੀ ਚੱਲਦੇ। ਤਾਂ ਉਦੋਂ ਮੈਨੂੰ ਉਸਤਾਦ ਜੀ ਨੇ ਹੀ ਚੀਜ਼ ਕਹੀ ਸੀ ਜੀ, ਕਹਿੰਦੇ ਇਹ ਲੈਵਲ ਪਾਰ ਕਰੇਂਗੀ ਤਾਂ ਠੀਕ ਹੈ, ਅੱਗੇ ਕਰ ਜਾਏਂਗੀ ਕੁਛ। ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਉਦੋਂ ਮੈਂ ਪ੍ਰੈਕਟਿਸ ਕਰਨੀ ਸ਼ੁਰੂ ਕੀਤੀ ਤੇ ਅਲਗੋਜ਼ਿਆਂ ਦੇ ਵਿੱਚ ਫਿਰ ਜਦੋਂ ਮੈਨੂੰ ਅਲਗੋਜ਼ੇ ਮਿਲੇ ਤੇ ਮੈਨੂੰ ਕਾਫੀ ਜ਼ਿਆਦਾ ਖੁਸ਼ੀ ਤਾਂ ਹੁੰਦੀ ਹੈ ਵੀ ਜੋ ਚੀਜ਼ ਚਾਹੀਏ ਉਹ ਆਪਾਂ ਨੂੰ ਮਿਲ ਜੀਏ ਤਾਂ ਬਹੁਤ ਵੱਡੀ ਆਪਣੀ ਕਾਮਯਾਬੀ। ਤੁਸੀਂ ਗੱਲ ਤੇ ਆਪਣੇ ਉਸਤਾਦ ਜੀ ਦਾ ਜ਼ਿਕਰ ਕਰ ਰਹੇ ਹੋ, ਸਾਡੇ ਦਰਸ਼ਕ ਜਾਣਨਾ ਚਾਹੁੰਦੇ ਨੇ ਕਿ ਆਖਿਰਕਾਰ ਇਸ ਕੁੜੀ ਨੂੰ ਤਿਆਰ ਕਰਨ ਵਾਲੇ ਉਸਤਾਦ ਜੀ ਦਾ ਨਾਮ ਕੀ ਹੈ? ਕਰਮਜੀਤ ਸਿੰਘ ਬੱਗਾ ਜੀ, ਇੰਟਰਨੈਸ਼ਨਲ ਪਲੇਅਰ ਨੇ ਉਹ ਵੀ ਅਲਗੋਜ਼ੇ ਦੇ। ਅਲਗੋਜ਼ਿਆਂ ਦੇ? ਜੀ, ਅਲਗੋਜ਼ਿਆਂ ਦੇ ਇੰਟਰਨੈਸ਼ਨਲ ਪਲੇਅਰ ਨੇ। ਕਿੰਨੇ ਸਮੇਂ ਤੋਂ ਤੁਸੀਂ ਉਹਨਾਂ ਦੇ ਕੰਟੈਕਟ ਦੇ ਵਿੱਚ ਹੋ? ਕੰਟੈਕਟ ਦੇ ਵਿੱਚ ਤਾਂ ਕਾਫੀ ਦੇਰ ਤੋਂ, ਕਿਉਂਕਿ ਪਾਪਾ ਦੇ ਫਰੈਂਡ ਨੇ, ਫੈਮਿਲੀ ਫਰੈਂਡ ਨੇ। ਤੇ ਜਦੋਂ ਮੈਂ ਉਹਨਾਂ ਦੇ ਸ਼ਾਗਿਰਦ ਬਣੀ ਮੈਂ ਤਾਂ ਅਨਦਰ ਲੈਵਲ ਸੀਗੀ, ਮੈਨੂੰ ਤਾਂ ਬਹੁਤ ਹੀ ਜ਼ਿਆਦਾ ਐਕਸਾਈਟਮੈਂਟ ਸੀਗੀ ਕਿਉਂਕਿ ਜਦੋਂ ਅਸੀਂ ਸਿੱਖਣਾ ਸਟਾਰਟ ਕੀਤਾ ਸੀ, ਜਦੋਂ ਅਨਾਊਂਸ ਕੀਤਾ ਸੀ ਉਦੋਂ ਤੋਂ ਹੀ ਅਸੀਂ ਸਰਚ ਕਰ ਰਹੇ ਸੀਗੇ ਕਿ ਕੋਈ ਕੁੜੀ ਸਾਨੂੰ ਦਿਖੇ ਇਸ ਫੀਲਡ ਦੇ ਵਿੱਚ। ਤੇ ਕੋਈ ਕੁੜੀ ਮੈਂ ਹਾਲੇ ਤੱਕ ਵੀ ਕੋਈ ਕੁੜੀ ਅੱਗੇ ਨਹੀਂ ਦੇਖੀ ਹੈਗੀ, ਕਿਉਂਕਿ ਨੈੱਟ 'ਤੇ ਸਰਚ ਕਰਦੇ ਆ ਰਹੇ ਸੀਗੇ। ਤੇ ਹੁਣ ਜੇ ਕੋਈ ਸਰਚ ਕਰਦਾ ਕਿ ਕੁੜੀਆਂ ਅਲਗੋਜ਼ੇ ਵਜਾਉਣ ਵਾਲੀਆਂ ਕੋਈ, ਤਾਂ ਮੇਰੀ ਸਭ ਤੋਂ ਪਹਿਲੀ ਵੀਡੀਓ ਆਉਂਦੀ ਆਏਗੀ। ਅਨਰੀਤ ਜੀ, ਅਸੀਂ ਤੁਹਾਡੇ ਕਮਰੇ ਦੇ ਵਿੱਚ ਵੀ ਗਏ ਸੀਗੇ ਹੈ ਨਾ, ਫੋਟੋਆਂ ਲਈਆਂ, ਬਹੁਤ ਸਾਰੇ ਇਨਾਮ ਪਏ ਨੇ, ਉਹ ਕਹਾਣੀ ਸਾਡੇ ਦਰਸ਼ਕ ਜਾਣਨਾ ਚਾਹੁੰਦੇ ਨੇ। ਉਸਤਾਦ ਜੀ ਦਾ ਤੁਸੀਂ ਨਾਮ ਦੱਸਤਾ ਜੀ। ਮੈਂ ਸ਼ੁਰੂ ਤੋਂ ਹੀ ਜਿਵੇਂ ਇਸ ਫੀਲਡ 'ਚ ਹੈਗੀ ਹਾਂ, ਗੱਤਕੇ ਦੇ ਸਿਰ 'ਤੇ, ਭੰਗੜੇ ਦੇ ਸਿਰ 'ਤੇ, ਬਚਪਨ 'ਚ ਮੈਂ ਭੰਗੜਾ ਵੀ ਕਰਦੀ ਰਹੀ ਹਾਂ। ਅਤੇ ਇੰਟਰਨੈਸ਼ਨਲ ਲੈਵਲ 'ਤੇ ਜਾਂ ਕੋਈ ਪਲੇ ਸਿੱਖ ਰਿਲੀਜਨ ਦੇ ਉੱਪਰ, ਬਾਬਾ ਬੰਦਾ ਸਿੰਘ ਬਹਾਦਰ ਛੋਟੇ ਸਾਹਿਬਜ਼ਾਦਿਆਂ 'ਤੇ ਪਲੇ ਕਰਕੇ ਉੱਥੋਂ ਦੀ ਸਾਰੇ ਇਨਾਮ ਮੈਨੂੰ ਜਿਹੜੇ ਹਾਸਿਲ ਹੋਏ ਨੇ। ਬਿਲਕੁਲ। ਸਿੱਖ ਧਰਮ ਦੀ ਸਭ ਤੋਂ ਜ਼ਿਆਦਾ ਕਿਹੜੀ ਚੀਜ਼ ਨੇ ਤੁਹਾਨੂੰ ਪ੍ਰਭਾਵਿਤ ਕੀਤਾ ਵੀ ਜਿਸ ਨੇ ਦਿਲ ਨੂੰ ਛੂਹ ਲਿਆ ਵੀ ਨਹੀਂ ਹੁਣ ਮੈਂ ਇਸ ਧਰਮ ਤੋਂ ਟਸ ਤੋਂ ਮਸ ਨਹੀਂ ਹੋਣਾ, ਅੰਮ੍ਰਿਤ ਛਕਣਾ ਹੈ ਤੇ ਗੁਰੂ ਦੇ ਬਾਣੇ ਦੇ ਵਿੱਚ ਰਹਿਣਾ? ਜੀ, ਜਿੰਨੀਆਂ ਕੁਰਬਾਨੀਆਂ ਜਿਹੜੀਆਂ ਸਾਡੀਆਂ ਹੈਗੀਆਂ ਨੇ ਇਤਿਹਾਸ ਦੇ ਵਿੱਚ, ਸਭ ਤੋਂ ਰਿਚ ਇਤਿਹਾਸ ਮੰਨਿਆ ਜਾਂਦਾ ਹੈ ਆਪਣਾ। ਅਤੇ ਮੈਨੂੰ ਹੋਰ ਵੀ ਮੇਰੀਆਂ ਜਿਹੜੀਆਂ ਫਰੈਂਡਸ ਹੈਗੀਆਂ ਨੇ ਇਸ ਸਰੂਪ 'ਚ ਆਈਆਂ ਨੇ ਮੈਨੂੰ ਦੇਖ ਕੇ, ਅਤੇ ਮੈਨੂੰ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੁੰਦੀ ਹੈ ਜਦੋਂ ਮੈਨੂੰ ਦੇਖ ਕੇ ਕੋਈ ਇਸ ਰੂਪ 'ਚ ਆਇਆ ਹੈਗਾ। ਤਾਂ ਮੈਂ ਉਹਨਾਂ ਕਰਕੇ ਇੱਕ ਐਗਜ਼ਾਮਪਲ ਸੈੱਟ ਕਰਨਾ ਚਾਹੁੰਦੀ ਹਾਂ ਕਿ ਨਹੀਂ, ਜੇ ਉਹ ਮੈਨੂੰ ਦੇਖ ਕੇ ਆ ਸਕਦੀਆਂ ਤਾਂ ਮੈਂ ਤਾਂ ਪੂਰੀ ਪਰਪੱਖ ਰਹਿ ਸਕਦੀ ਹਾਂ। ਚੰਗੀ ਮਾੜੀ ਸੰਗਤ ਦਾ ਬਹੁਤ ਪ੍ਰਭਾਵ ਪੈਂਦਾ ਹੈ ਨਾ, ਜਿੱਦਾਂ ਦੀ ਬੰਦਾ ਸੰਗਤ 'ਚ ਰਹਿੰਦਾ ਉੱਦਾਂ ਦਾ ਹੀ ਹੋ ਜਾਂਦਾ ਹੈ। ਅਤੇ ਜਦੋਂ ਤੁਸੀਂ ਇਹ ਸੋਚਿਆ ਵੀ ਮੈਂ ਅੰਮ੍ਰਿਤ ਛਕਣਾ ਹੈ ਨਾ, ਗੁਰੂ ਦੇ ਚਰਨੀ ਲੱਗਣਾ ਹੈ, ਤਾਂ ਉਦੋਂ ਫਰੈਂਡ ਸਰਕਲ ਨੂੰ ਵੀ ਦੱਸਿਆ ਹੋਣਾ, ਕਿਉਂਕਿ ਆਪਣੀ ਕੁੜੀਆਂ ਦੇ ਵਿੱਚ ਇਹ ਖਾਸ ਗੱਲ ਹੁੰਦੀ ਹੈ ਵੀ ਆਪਾਂ ਕੋਈ ਗੱਲ ਫੈਮਿਲੀ ਤੋਂ ਪਹਿਲਾਂ ਆਪਣੇ ਫਰੈਂਡਸ ਨਾਲ ਸ਼ੇਅਰ ਕਰਦੇ ਹਾਂ, ਤਾਂ ਉਹਨਾਂ ਨੇ ਕੁਛ ਕਿਹਾ ਨਹੀਂ? ਮੇਰੀ ਐਕਚੁਅਲੀ ਮੈਂ ਆਪਣੀ ਫੈਮਿਲੀ ਨੂੰ ਸਭ ਤੋਂ ਜ਼ਿਆਦਾ ਆਪਣਾ ਦੋਸਤ ਮੰਨ ਕੇ ਚੱਲਦੀ ਹਾਂ, ਮੇਰੇ ਬੈਸਟ ਫਰੈਂਡ। ਮੈਂ ਆਪਣੀ ਫੈਮਿਲੀ ਨੂੰ, ਮੰਮਾ ਪਾਪਾ ਬ੍ਰਦਰ ਨੂੰ ਅਤੇ ਮੇਰੇ ਫਰੈਂਡਸ ਨੂੰ ਮੈਂ ਦੱਸਿਆ ਸੀਗਾ ਇਸ ਚੀਜ਼ ਬਾਰੇ, ਪਰ ਮੈਂ ਆਪਣੀ ਫੈਮਿਲੀ ਨੂੰ ਸਭ ਤੋਂ ਪਹਿਲਾਂ ਦੱਸਿਆ ਕਿ ਮੇਰੀ ਇੱਛਾ ਹੈਗੀ ਆ ਅੰਮ੍ਰਿਤ ਛਕਣ ਦੀ। ਅਤੇ ਮੇਰੀ ਫਰੈਂਡਸ 2-3 ਕਹਿੰਦੀਆਂ ਸੀ, ਕਹਿੰਦੇ ਤੂੰ ਕਿਸ ਰਾਹ 'ਤੇ ਜਾ ਰਹੀ ਹੈ, ਤੂੰ ਕੀ ਕਰਨਾ ਅੰਮ੍ਰਿਤ ਛਕ ਕੇ, ਤੂੰ ਐਵੇਂ ਚਿਲ ਕਰ, ਤੂੰ ਇੰਜੋਏ ਕਰ ਆਪਣੀ ਲਾਈਫ ਨੂੰ, ਤੂੰ ਬੌਂਡ ਹੋ ਜਾਏਂਗੀ ਚੀਜ਼ਾਂ ਦੇ ਵਿੱਚ। ਅਤੇ ਮੈਨੂੰ ਐਂ ਸੀਗਾ ਕਿ ਨਹੀਂ, ਮੈਨੂੰ ਨਹੀਂ ਲੱਗਦਾ ਕਿ ਮੈਂ ਇਸ ਰੂਪ 'ਚ ਆ ਕੇ ਆਪਣੇ ਆਪ ਨੂੰ ਬੌਂਡ ਕਰ ਸਕਦੀ ਹਾਂ। ਮੈਨੂੰ ਸੀਗਾ ਕਿ ਮੈਂ ਜੀ ਸਕਦੀ ਹਾਂ, ਮੈਂ ਕੁਛ ਚੀਜ਼ਾਂ ਕਰ ਸਕਦੀ ਹਾਂ ਜਿਹੜੀਆਂ ਆਪਣੇ ਹੱਥ ਵਿੱਚ ਨੇ, ਆਪਾਂ ਕਰਕੇ ਦਿਖਾ ਸਕਦੇ ਹਾਂ। ਕੁੜੀਆਂ ਲਈ ਐਗਜ਼ਾਮਪਲ ਸੈੱਟ ਕਰ ਸਕਦੀ ਹਾਂ ਮੈਂ। ਬਿਲਕੁਲ, ਕੁੜੀਆਂ ਲਈ ਤੁਸੀਂ ਸੱਚੀ ਇੱਕ ਵਿਲੱਖਣ ਐਗਜ਼ਾਮਪਲ ਸੈੱਟ ਕਰਤੀ ਹੈ ਵੀ ਜਿਹੜੇ ਕਹਿੰਦੇ ਨੇ ਵੀ ਆਪਾਂ ਗੁਰੂ ਦੇ ਚਰਨੀ ਲੱਗ ਕੇ ਕੁਛ ਨਹੀਂ ਬਣ ਸਕਦੇ, ਤਾਂ ਉਹਨਾਂ ਦੇ ਲਈ ਤੁਸੀਂ ਅੱਜ ਇੱਕ ਮਿਸਾਲ ਕਾਇਮ ਕਰ ਦਿੱਤੀ ਆ। ਅਲਗੋਜ਼ੇ ਬਹੁਤ ਸੋਹਣੇ ਵਜਾਉਂਦੇ ਹੋ, ਕੋਈ ਇਹੋ ਜਿਹਾ ਗੀਤ ਪੰਜਾਬੀ ਸੱਭਿਆਚਾਰ ਨਾਲ ਜੁੜਿਆ ਹੋਇਆ ਜਿਹੜਾ ਤੁਹਾਨੂੰ ਲੱਗਦਾ ਵੀ ਅਲਗੋਜ਼ਿਆਂ ਤੇ ਮੇਰਾ ਫੇਵਰੇਟ ਹੈ ਤੇ ਮੈਨੂੰ ਇਹ ਗੁਣਗੁਣਾਉਂਦੇ ਰਹਿਣਾ ਚਾਹੀਦਾ? ਮੈਂ ਸਟਾਰਟਿੰਗ ਕੀਤੀ ਸੀ ਝੂਮਰ ਤੋਂ ਜੀ, ਉਸ ਤੋਂ ਬਾਅਦ ਹੌਲੀ ਹੌਲੀ ਜਿਵੇਂ ਆਪਾਂ ਛੋਟੇ ਛੋਟੇ ਸਟੈਪ ਲੈਂਦੇ ਹਾਂ, ਫਿਰ ਮੈਂ ਜਿੰਦੂਆ ਵਜਾਉਣਾ ਸਟਾਰਟ ਕੀਤਾ। ਅਤੇ ਮੈਨੂੰ ਜਿੰਦੂਆ ਵਜਾਉਣਾ ਬਹੁਤ ਪਸੰਦ ਹੈ। ਮੈਂ ਮੋਸਟਲੀ ਹਰ ਵਾਰੀ ਵਜਾਉਂਦੀ ਹਾਂ ਅਤੇ ਮੈਨੂੰ ਸਭ ਤੋਂ ਅੱਛਾ ਲੱਗਦਾ ਵਜਾਉਣਾ। ਸਾਨੂੰ ਵੀ ਸੁਣਾ ਦਿਓ। ਜੀ ਜ਼ਰੂਰ।
ਪਾ ਕਮਾਲ, ਮਤਲਬ ਇੰਜ ਲੱਗਦਾ ਸੀ ਵੀ ਹੁਣੇ ਖੜ ਕੇ ਨੱਚਣ ਲੱਗ ਜਾਈਏ, ਇੰਨਾ ਕੁ ਸੋਹਣਾ ਮਤਲਬ ਤੁਸੀਂ ਵਜਾਇਆ, ਆਪਣੇ ਆਪ ਪੈਰ ਨੱਚਣ ਨੂੰ ਜੀ ਕਰਦਾ ਸੀ ਵੀ ਪੈਰ ਝੂਮ ਰਹੇ ਸੀ ਵੀ ਨੱਚ ਲਈਏ ਹੁਣ ਫਟਾਫਟ। ਤਾਂ ਅਨੁਰੀਤ ਜੀ, ਇਹ ਸਭ ਦੇ ਵਿਚਾਲੇ ਦਿੱਕਤਾਂ ਵੀ ਬਹੁਤ ਆਈਆਂ, ਫਿਰ ਤੁਸੀਂ ਇਹ ਇੰਡੀਆ ਬੁੱਕ ਆਫ ਰਿਕਾਰਡਸ ਲਈ ਅਪਲਾਈ ਕਿੱਦਾਂ ਕੀਤਾ? ਇਹ ਜ਼ਿਹਨ ਦੇ ਵਿੱਚ ਕਿੱਦਾਂ ਆਇਆ ਵੀ ਮੈਂ 2.5 ਸਾਲ ਪ੍ਰੈਕਟਿਸ ਕਰ ਲਈ, ਹੁਣ ਥੋੜਾ ਜਿਹਾ ਅੱਗੇ ਨੂੰ ਵਧਿਆ ਜਾਵੇ? ਮੈਨੂੰ ਪਾਪਾ ਨੇ ਕਿਹਾ ਸੀਗਾ ਕਿ ਤੂੰ ਮਿਹਨਤ ਕਰ, ਤੇਰੇ ਵਾਸਤੇ ਅੱਗੇ ਅਸੀਂ ਹੋਰ ਅਪਲਾਈ ਕਰਦੇ ਹਾਂ ਕਿਤੇ ਨਾ ਕਿਤੇ, ਹੈ ਨਾ। ਅਤੇ ਮੇਰੇ ਭਰਾ ਨੇ ਮੈਨੂੰ ਇੱਕ ਦਿਨ ਕਿਹਾ ਤੂੰ ਮੈਨੂੰ ਆਪਣੀ ਨਾ ਵੀਡੀਓ ਬਣਾ ਕੇ ਭੇਜ, ਅਤੇ ਮੈਂ ਕਹਿੰਦੇ ਮੈਂ ਕਿਸੇ ਨੂੰ ਭੇਜਣੀ ਆ, ਅਤੇ ਮੈਂ ਆਪਣੇ ਬ੍ਰਦਰ ਨੂੰ ਵੀਡੀਓ ਬਣਾ ਕੇ ਭੇਜੀ, ਅਤੇ ਫਿਰ ਉਹਨਾਂ ਨੇ ਫੋਰਮ ਵਗੈਰਾ ਕਢਾ ਕੇ ਉਹਨਾਂ ਨੇ ਆਪੇ ਹੀ ਅਪਲਾਈ ਕੀਤਾ ਸਾਰਾ ਕਰਕੇ, ਅਤੇ ਮੇਰੇ ਬਰਥਡੇ ਵਾਲੇ ਦਿਨ ਮੈਨੂੰ ਸਰਪ੍ਰਾਈਜ਼ ਦਿੱਤਾ ਉਹਨਾਂ ਨੇ। ਇਹ ਪੇਰੈਂਟਸ ਨੇ ਸਰਪ੍ਰਾਈਜ਼ ਦਿੱਤਾ ਜਾਂ ਇੰਡੀਆ ਬੁੱਕ ਆਫ ਰਿਕਾਰਡਸ ਵਾਲੇ ਨੇ ਸਰਪ੍ਰਾਈਜ਼ ਦਿੱਤਾ? ਮੈਨੂੰ ਲੱਗਦਾ ਇਕੱਠੇ ਹੀ ਹੋ ਗਿਆ ਸਾਰਾ ਕੁਝ, ਬਿਕਾਜ਼ ਮੇਰੇ ਬਰਥਡੇ ਤੋਂ 2 ਦਿਨ ਪਹਿਲਾਂ ਘਰੇ ਪਾਰਸਲ ਆਇਆ, ਅਤੇ ਘਰਦਿਆਂ ਨੇ ਫਿਰ ਮੇਰੇ ਤੋਂ ਛੁਪਾ ਕੇ ਰੱਖਿਆ, ਅਤੇ ਮੈਨੂੰ 2 ਦਿਨ ਬਾਅਦ ਹੀ ਉਹਨਾਂ ਨੇ ਮੇਰੇ ਬਰਥਡੇ ਵਾਲੇ ਦਿਨ ਦਿੱਤਾ। ਯਾਨੀ ਤੁਹਾਨੂੰ ਭਿਣਕ ਸੀਗੀ ਵੀ ਹਾਂ ਮੇਰੇ ਲਈ ਕੁਝ ਵੱਡਾ ਸਰਪ੍ਰਾਈਜ਼ ਹੋ ਸਕਦਾ? ਮੈਨੂੰ ਕਿਤੇ ਨਾ ਕਿਤੇ ਥੋੜ੍ਹਾ ਬਹੁਤ ਹੈ ਸੀ, ਕਿਉਂਕਿ ਹਿੰਟ ਦਿੱਤਾ ਹੋਇਆ ਸੀ, ਪਾਪਾ ਨੇ ਵੀ ਕਿਹਾ ਸੀ ਕਿਤੇ ਅਪਲਾਈ ਕਰਾਂਗੇ, ਤਾਂ ਕਿਤੇ ਨਾ ਕਿਤੇ ਹੈ ਸੀ ਮੈਨੂੰ। ਤੇ ਉਸ ਸਮੇਂ ਰਿਐਕਸ਼ਨ ਕਿੱਦਾਂ ਦਾ ਸੀਗਾ ਵੀ ਇੱਕ ਤਾਂ ਆਪਣਾ ਬਰਥਡੇ, ਦੂਜਾ ਐਡੀ ਵੱਡੀ ਅਚੀਵਮੈਂਟ ਆਪਣੇ ਹੱਥ 'ਚ ਲੱਗ ਜਾਣੀ? ਮੈਂ ਬਹੁਤ ਜ਼ਿਆਦਾ ਇਮੋਸ਼ਨਲੀ ਥੋੜ੍ਹਾ ਹੋ ਗਈ ਸੀ, ਥੋੜ੍ਹਾ ਇਮੋਸ਼ਨ ਹੋ ਗਈ ਸੀ ਮੈਂ, ਅਤੇ ਰੋਣਾ ਵੀ ਆ ਰਿਹਾ ਸੀ, ਪਰ ਇੰਨੀ ਕੁ ਜ਼ਿਆਦਾ ਖੁਸ਼ੀ ਸੀਗੀ ਕਿ ਘਰਦਿਆਂ ਦੇ ਚਿਹਰੇ 'ਤੇ ਖੁਸ਼ੀ ਦੇਖ ਕੇ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੋਇਆ। ਖੁਸ਼ੀਆਂ ਦੇ ਹੰਝੂ ਸੀਗੇ ਉਸ ਟਾਈਮ ਵੀ, ਇੰਨੀ ਵੱਡੀ ਕਾਮਯਾਬੀ ਹਾਸਲ ਕਰ ਲਈ। ਇਹ ਤਾਂ ਸੀ ਵੀ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਤੁਹਾਡਾ ਨਾਮ ਦਰਜ ਹੋਇਆ, ਫਿਰ ਜਦੋਂ ਹੁਣ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਫੋਨ ਕੀਤਾ ਜਾਂਦਾ ਤਾਂ ਉਮੀਦ ਸੀ ਵੀ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾਏਗਾ, ਜਾਂ ਕਦੀ ਸੋਚਿਆ ਸੀ ਵੀ ਇਹ 15 ਅਗਸਤ ਆਜ਼ਾਦੀ ਦਾ ਦਿਹਾੜਾ ਹੋਏਗਾ ਅਤੇ ਉੱਦਣ ਮੈਨੂੰ ਐਡੀ ਵੱਡੀ ਅਚੀਵਮੈਂਟ ਮਿਲੇਗੀ? ਜੀ ਮੈਨੂੰ ਇਹ ਸੀਗਾ, ਮਤਲਬ ਹੁਣ ਤਾਂ ਸਾਰਾ ਕੁਝ ਇਕੱਠੇ ਹੀ ਹੋ ਗਿਆ, ਮੈਨੂੰ ਅਚੀਵਮੈਂਟ ਮਿਲੀ, ਉੱਧਰ ਸਰਕਾਰ ਵੱਲੋਂ ਫੋਨ ਆਇਆ, ਅਤੇ ਬਹੁਤ ਜ਼ਿਆਦਾ ਖੁਸ਼ੀ ਹੋਈ, ਬਹੁਤ ਜ਼ਿਆਦਾ ਹੈਗਾ ਸੀ ਕਿ ਚਲੋ ਇੰਡੀਆ ਬੁੱਕ ਵਾਸਤੇ ਕੀਤਾ, ਹੁਣ ਅੱਗੇ ਵਾਸਤੇ ਵੀ ਅਪਲਾਈ ਕਰਨਾ ਹੈਗਾ ਜੀ। ਹੁਣ ਅੱਗੇ ਦਾ ਕੀ ਪਲਾਨ ਹੈ ਫਿਰ? ਜੀ ਅੱਗੇ ਵਾਸਤੇ ਤਿਆਰੀਆਂ ਚੱਲ ਰਹੀਆਂ ਨੇ, ਫਿਰ ਅੱਗੇ ਜਿੰਨੀਆਂ ਬੁੱਕਸ ਹੈਗੀਆਂ ਨੇ ਸਾਰਿਆਂ ਵਿੱਚ ਅੱਗੇ ਪ੍ਰਾਈਜ਼ ਬਹੁਤ ਸਾਰੇ ਜਿੱਤ ਲਏ, ਇੰਟਰਨੈਸ਼ਨਲ 'ਤੇ ਵੀ ਤੁਸੀਂ ਵਜਾ ਚੁੱਕੇ ਹੋ, ਘੋੜਸਵਾਰੀ ਤੁਹਾਨੂੰ ਆਉਂਦੀ ਹੈ, ਕਿਤਾਬਾਂ ਪੜ੍ਹਨ ਦੇ ਸ਼ੌਕੀਨ ਤੁਸੀਂ ਹੋ, ਇਨਾਮ ਦੇ ਢੇਰ ਲਾਏ ਪਏ ਨੇ। ਇਸ ਤੋਂ ਅੱਗੇ ਦਾ ਸੁਪਨਾ ਕੀ ਹੈ ਵੀ ਹੁਣ ਅਲਗੋਜ਼ੀਆ 'ਚ ਤਾਂ ਮੁਹਾਰਤ ਹਾਸਲ ਕਰ ਲਈ, ਇਸ ਤੋਂ ਬਾਅਦ ਫਿਰ ਕਿਹੜਾ ਸਾਜ਼ ਵਜਾਉਣਾ? ਮੈਂ ਬੀਨ ਦੇ ਵਿੱਚ ਪ੍ਰੈਕਟਿਸ ਸ਼ੁਰੂ ਕੀਤੀ ਹੈ ਜੀ, ਬੀਨ ਵਜਾਉਣੀ ਸ਼ੁਰੂ ਕੀਤੀ ਹੈ ਹੁਣ। ਅਤੇ ਹੁਣ ਬੀਨ ਵਜਾਉਂਦੇ ਨੂੰ ਕਿੰਨਾ ਟਾਈਮ ਹੋ ਗਿਆ? ਬੀਨ ਮੈਨੂੰ ਹਲੇ 1.5 ਮਹੀਨਾ ਹੋ ਗਿਆ ਸਿੱਖਦਿਆਂ ਨੂੰ, ਮੈਂ ਹੌਲੀ ਹੌਲੀ ਪ੍ਰੈਕਟਿਸ ਕਰ ਰਹੀ ਹਾਂ ਇਹਦੇ ਵਿੱਚ। ਇਹ ਜਦੋਂ ਅਲਗੋਜ਼ੀ ਵਜਾਉਂਦੇ ਕਹਿੰਦੇ ਇਹਦੇ ਵਿੱਚ ਸਾਹ ਨੂੰ ਬਹੁਤ ਉੱਪਰ ਥੱਲੇ ਦੇਖ ਕੇ ਕਰਨਾ ਪੈਂਦਾ, ਤਾਂ ਉਸ ਚੀਜ਼ 'ਚ ਦਿੱਕਤ ਨਹੀਂ ਆਈ ਕਦੀ? ਸਾਹ ਦਾ ਹੁੰਦਾ, ਇਨਹੇਲ ਐਕਸੇਲ ਦਾ ਹੁੰਦਾ, ਸਾਨੂੰ ਢਿੱਡ ਤੋਂ ਸਾਹ ਖਿੱਚਣਾ ਪੈਂਦਾ, ਅਤੇ ਥੋੜ੍ਹਾ ਸਟਾਰਟਿੰਗ 'ਚ ਪ੍ਰੋਬਲਮ ਹੋਈ ਹੈ, ਜਦੋਂ ਸਾਡਾ ਸਾਹ ਪੱਕ ਗਿਆ ਫਿਰ ਤਾਂ ਇੱਕ ਤਰ੍ਹਾਂ ਦਾ ਰੋਜ਼ ਦਾ ਰੂਟੀਨ ਹੈਗਾ ਕਿ ਕਰਨੀ ਹੀ ਕਰਨੀ ਹੈ ਪ੍ਰੈਕਟਿਸ, ਇਹਦੇ ਬਿਨਾਂ ਤਾਂ ਰਿਹਾ ਹੀ ਨਹੀਂ ਜਾਂਦਾ। ਅਨੁਰੀਤ ਜੀ, ਅਸੀਂ ਸੁਣਿਆ ਵੀ ਤੁਸੀਂ ਭੰਗੜੇ ਦੀ ਕੋਚਿੰਗ ਵੀ ਦਿੰਦੇ ਆ? ਜੀ ਮੈਂ ਜਦੋਂ ਮੈਂ ਬਾਹਰ ਵਾਸਤੇ ਜਾਣਾ ਸੀ ਉਦੋਂ ਵੀ ਮੈਂ ਕਰਦੀ ਸੀਗੀ, ਅਕੈਡਮੀਜ਼ ਦੇ ਵਿੱਚ ਕੋਚਿੰਗ ਦਿੰਦੀ ਸੀਗੀ ਜੀ। ਅਤੇ ਹੁਣ ਇਹ ਛੱਡੇ ਨੂੰ ਕਿੰਨਾ ਸਮਾਂ ਹੋ ਗਿਆ? ਛੱਡਿਆਂ ਨੂੰ ਤਾਂ ਨਹੀਂ ਕਹਿ ਸਕਦੇ, ਛੱਡਿਆ ਬਿਲਕੁਲ ਤਾਂ ਨਹੀਂ ਛੱਡਿਆ, ਪਰ ਕਾਫੀ ਹੱਦ ਤੱਕ ਮੈਂ ਹੁਣ ਘਟਾਤਾ, ਬਿਕਾਜ਼ ਮੈਂ ਆਪਣੇ ਅਲਗੋਜ਼ਿਆਂ ਦੇ ਵਿੱਚ ਜ਼ਿਆਦਾ ਧਿਆਨ ਲਗਾ ਰਹੀ ਹਾਂ ਹੁਣ। ਇੱਕ ਦਿਨ ਦੇ ਵਿੱਚ ਕਿੰਨੀ ਦੇ ਸਮਾਂ ਪ੍ਰੈਕਟਿਸ ਕਰਨੀ ਪੈਂਦੀ ਹੈ ਇਹਨਾਂ ਅਲਗੋਜ਼ਿਆਂ ਦੀ? ਮੈਂ ਅਰਲੀ ਮਾਰਨਿੰਗ ਪ੍ਰੈਕਟਿਸ ਕਰਦੀ ਹਾਂ, ਅਤੇ ਮੈਂ ਈਵਨਿੰਗ 'ਚ ਪ੍ਰੈਕਟਿਸ ਕਰਦੀ ਹਾਂ, ਜੋ ਸਾਰੇ ਜਾਣੇ ਇਕੱਠੇ ਹੁੰਦੇ ਨੇ, ਅਤੇ ਸਾਡਾ ਘੰਟਾ ਡੇਢ ਲੱਗ ਜਾਂਦਾ, ਜਦੋਂ ਸਾਰੇ ਸਿੰਗਿੰਗ ਕਰ ਰਹੇ ਨੇ, ਕੋਈ ਬੁਗਚੂ ਵਜਾ ਰਿਹਾ, ਕੋਈ ਤੁੰਬੀ ਵਜਾ ਰਿਹਾ ਹੈ, ਅਤੇ ਵਿੱਚ ਨਾਲ ਹੀ ਅਲਗੋਜ਼ੇ। ਇਹ ਪੰਜਾਬੀ ਕਲਚਰ ਨਾਲ ਜੋੜਨ ਲਈ ਇੱਕ ਵਿਲੱਖਣ ਜਿਹੜੀ ਹੈ ਇਹਨਾਂ ਨੇ ਪਹਿਚਾਣ ਕਾਇਮ ਕੀਤੀ ਹੈ ਵੀ ਪੰਜਾਬੀ ਵਿਰਸੇ ਨਾਲ, ਪੰਜਾਬੀ ਸੱਭਿਆਚਾਰ ਨਾਲ, ਸਾਡੀ ਮਹਾਨ ਵਿਰਾਸਤ ਦੇ ਨਾਲ ਜੋੜਿਆ ਜਾਵੇ। ਅਨੁਰੀਤ ਦੇ ਵੱਲੋਂ ਇਹ ਪਹਿਲ ਕੀਤੀ ਗਈ ਹੈ, ਬਹੁਤ ਵਧੀਆ ਪਲੇਟਫਾਰਮ ਸੀ, ਡਿਜੀਟਲ ਮਾਰਕੀਟਿੰਗ ਦਾ, ਗ੍ਰਾਫਿਕ ਡਿਜ਼ਾਈਨਰ ਨੇ, ਕੰਮ ਕਰਦੇ ਨੇ, ਪਰ ਫਿਰ ਵੀ ਇਹਨਾਂ ਨੇ ਪੰਜਾਬੀ ਸੱਭਿਆਚਾਰ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ, ਜੋ ਸੱਭਿਆਚਾਰ ਅਲੋਪ ਹੁੰਦਾ ਜਾ ਰਿਹਾ ਹੈ, ਉਸ ਸੱਭਿਆਚਾਰ ਨੂੰ ਘਰ ਘਰ ਪਹੁੰਚਾਉਣ ਦੇ ਲਈ ਇੱਕ ਨਿਵੇਕਲਾ ਕਦਮ ਕੀ ਚੁੱਕਿਆ ਹੈ। ਤਾਂ ਅਨੁਰੀਤ ਜੀ, ਹੁਣ ਤੁਸੀਂ ਜਿਸ ਤਰ੍ਹਾਂ ਅਲਗੋਜ਼ੇ ਵਜਾਉਂਦੇ, ਤੁਸੀਂ ਕਹਿੰਦੇ ਹੋ ਵੀ ਤੁਹਾਡੇ ਹੋਰ ਵੀ ਸਾਥੀ ਨੇ, ਤਾਂ ਉਹ ਕਿੰਨੇ ਸਾਥੀ ਤੁਹਾਡੀ ਟੀਮ ਹੁੰਦੀ ਹੈ ਜਿਸ ਤੋਂ ਬਾਅਦ ਤੁਸੀਂ ਇਹਨਾਂ ਨਾਲ ਰਲ ਕੇ ਪ੍ਰੈਕਟਿਸ ਕਰਦੇ? ਜੀ ਮੇਰੇ ਨਾਲ ਮੈਨੂੰ ਅਲਗੋਜ਼ਿਆਂ 'ਚ ਜਿਨ੍ਹਾਂ ਨੇ ਹੈਲਪ ਕੀਤੀ, ਮਨਦੀਪ ਸਿੰਘ ਜੀ ਮੈਨੂੰ ਸਿੰਗਿੰਗ 'ਚ ਹੈਲਪ ਕਰਦੇ ਸੀ, ਸ਼ਗਨ ਵੀਰਾ ਸੀ ਮੇਰੇ, ਉਹ ਕੈਨੇਡਾ ਚਲੇ ਗਏ ਨੇ ਹੁਣ, ਅਤੇ ਰਾਜਵੀਰ ਵੀਰਾ ਵੀ, ਉਹ ਵੀ ਕੈਨੇਡਾ ਨੇ, ਅਤੇ ਗਗਨਦੀਪ ਸਿੰਘ ਹੈਗੇ ਨੇ ਗੱਗੀ, ਉਹ ਮੇਰੇ ਨਾਲ ਰਿਆਜ਼ ਕਰਦੇ ਨੇ, ਜਿਵੇਂ ਉਹ ਸਿੰਗਿੰਗ ਕਰਦੇ ਨੇ, ਉਹ ਢੋਲ ਵੀ ਵਜਾਉਂਦੇ ਨੇ ਨਾਲ, ਅਤੇ ਗੁਰਸਿਮਰਨ ਹੈਗਾ, ਉਹ ਬੁਗਚੂ ਵਜਾਉਂਦਾ ਹੈਗਾ ਮੁੰਡਾ, ਅਤੇ ਸਾਰੇ ਜਾਣੇ ਅਲੱਗ-ਅਲੱਗ, ਜਿਵੇਂ ਕਿਸੇ ਨੇ ਸਿੰਗਿੰਗ ਕਰ ਲਈ, ਢੋਲ ਵਜਾ ਲਿਆ, ਬੁਗਚੂ, ਅਸੀਂ ਸਾਰੇ 7-8 ਜਾਣੇ ਇਕੱਠੇ ਹੋ ਕੇ ਸਾਰੇ ਜਾਣੇ ਪ੍ਰੈਕਟਿਸ ਕਰਦੇ ਹਾਂ। ਅਨੁਰੀਤ ਜੀ, ਇਹ ਵੀ ਗੱਲ ਦੇਖਣ ਨੂੰ ਆਉਂਦੀ ਹੈ ਵੀ ਅੱਜ ਕੱਲ੍ਹ ਯੂਥ ਜਿੱਥੇ ਕਹਿੰਦਾ ਹੈ ਵੀ ਅਸੀਂ ਹੈ ਨਾ ਹਥਿਆਰਾਂ ਵਾਲੇ ਗਾਣੇ ਗਾਈਏ, ਨਸ਼ਿਆਂ ਨੂੰ ਪ੍ਰਮੋਟ ਕਰੀਏ, ਦਿਨੋਂ ਦਿਨ ਸਟਾਰ ਬਣ ਜਾਈਏ, ਵੀ ਅਸੀਂ ਪੈਰ ਪਿੱਛੇ ਨੂੰ ਨਾ ਪੱਟੀਏ, ਤੁਸੀਂ ਉਹ ਕੰਮ ਚੂਜ਼ ਕੀਤਾ ਹੈ ਵੀ ਜਿਹੜਾ ਬੈਕ ਹੈਂਡ 'ਤੇ ਹੁੰਦਾ ਹੈ,
ਪਰ ਫਿਰ ਵੀ ਮੁਹਾਰਤ ਇੰਨੀ ਹਾਸਲ ਕੀਤੀ ਆ। ਪਰ ਜਿਹੜੇ ਲੋਕ ਕਹਿੰਦੇ ਨੇ ਔਨ ਦਾ ਕੈਮਰਾ ਅਸੀਂ ਇਹ ਕੰਮ ਕਰਾਂਗੇ ਸਾਨੂੰ ਮਤਲਬ ਵਾਹ ਮਿਲੇਗੀ, ਉਹਨਾਂ ਨੂੰ ਕੀ ਕਹੋਗੇ? ਵੈਸੇ ਤਾਂ ਸਾਨੂੰ ਇੱਦਾਂ ਹੈਗਾ ਕਿ ਅਸੀਂ ਆਪਣੇ ਵਿਰਸੇ ਨੂੰ ਸੰਭਾਲ ਸਕੀਏ। ਅਸੀਂ ਹਥਿਆਰਾਂ ਦੇ, ਨਸ਼ਿਆਂ ਦੇ ਖਿਲਾਫ ਅਸੀਂ ਕਰਦੇ ਹੈਗੇ ਹਾਂ। ਅਸੀਂ ਵਿਰਾਸਤੀ ਅਖਾੜੇ ਦੇ ਵਿੱਚ ਵੀ ਅਸੀਂ ਇਹੀ ਚੀਜ਼ ਕਰਦੇ ਸੀ ਕਿ ਅਸੀਂ ਨਸ਼ਿਆਂ ਦੇ ਹਥਿਆਰਾਂ ਤੋਂ ਬੱਚਿਆਂ ਨੂੰ ਦੂਰ ਰੱਖੀਏ, ਤੇ ਯੂਥ ਨੂੰ ਜਿੰਨਾ ਕੁ ਨਸ਼ਿਆਂ ਤੋਂ ਬਚਾ ਕੇ ਰੱਖਾਂਗੇ, ਆਪਣੇ ਫੋਕ ਨਾਲ ਜੋੜ ਕੇ ਰੱਖਾਂਗੇ, ਬੱਚਾ ਉਵੇਂ ਹੀ ਅੱਗੇ ਆਪਣੇ ਆਪ ਨੂੰ ਲੈ ਕੇ ਆਏਗਾ। ਤੇ ਸਾਡੀ ਜਿੰਨੀ ਕੁ ਕੋਸ਼ਿਸ਼ ਹੈਗੀ ਹੈ, ਅਸੀਂ ਸ਼ਾਇਦ ਸਾਡੇ ਨਾਲ ਬਹੁਤ ਬੱਚਾ ਜੁੜਿਆ ਹੋਇਆ ਛੋਟੇ ਤੋਂ ਲੈ ਕੇ ਵੱਡੇ ਤੱਕ, ਤੇ ਸਾਨੂੰ ਇੱਦਾਂ ਹੈਗਾ ਕਿ ਕੋਈ ਨਾ ਕੋਈ ਅਸੀਂ ਕਿਸੇ ਨਾ ਕਿਸੇ ਨੂੰ ਆਪਣਾ ਜਿਹੜਾ ਅਸੀਂ ਕੁਝ ਸਾਡੇ 'ਚ ਗੁਣ ਹੈਗੇ ਨੇ ਅਸੀਂ ਦੂਜਿਆਂ ਨੂੰ ਦੇ ਕੇ ਜਾਈਏ। ਇੰਨੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਇਹ ਸਭ ਲਈ ਟਾਈਮ ਨਿਕਲ ਜਾਂਦਾ ਹੈ? ਜੀ ਬਿਲਕੁਲ, ਕਿਉਂਕਿ ਸ਼ਾਮੀ ਬੱਚਿਆਂ ਅਸੀਂ ਇੱਕ ਫੇਸ ਹੀ ਸਾਡਾ ਅਖਾੜਾ ਹੁੰਦਾ, ਗੱਤਕਾ ਅਖਾੜਾ, ਬੱਚਿਆਂ ਨੂੰ ਫ੍ਰੀ ਆਫ ਕਾਸਟ ਗੱਤਕਾ ਸਿਖਾਉਂਦੇ ਹਾਂ, ਤੇ ਉਹਦੇ ਵਿੱਚ ਵੀ ਬੱਚੇ ਕਾਫੀ ਜੁੜੇ ਹੋਏ ਨੇ ਸਾਡੇ ਕੋਲ, ਕੁੜੀਆਂ ਮੁੰਡੇ ਸਾਰੇ ਆਉਂਦੇ ਨੇ ਜੀ। ਤੇ ਉਹਦੇ ਨਾਲ ਹੀ ਮੇਰਾ ਜੌਬ ਦਾ ਹੈਗਾ ਫ੍ਰੀਲੈਂਸਿੰਗ ਦਾ, ਤੇ ਉਸ ਦੇ ਨਾਲ ਹੀ ਸਭ ਕੁਝ ਕਰਦੇ ਸਭ ਇੱਕ ਚੀਜ਼ ਲਈ ਹਰ ਟਾਈਮ ਕੱਢਣਾ ਪੈਂਦਾ ਹੈ, ਤੇ ਉਹ ਕੱਢਣਾ ਬਹੁਤ ਜ਼ਰੂਰੀ ਹੈ ਜੇ ਕੁਝ ਡ੍ਰੀਮਸ ਆਪਣੇ ਪੂਰੇ ਕਰਨੇ ਨੇ। ਬਿਲਕੁਲ, ਸੱਭਿਆਚਾਰ ਦਾ ਤੁਸੀਂ ਜ਼ਿਕਰ ਕੀਤਾ ਵੀ ਸਾਨੂੰ ਆਪਣੇ ਸੱਭਿਆਚਾਰ ਨਾਲ ਜੁੜਨ ਦੀ ਲੋੜ ਹੈ। ਕਿਤੇ ਨਾ ਕਿਤੇ ਸਮਾਜ ਸੇਵੀ ਜਥੇਬੰਦੀਆਂ ਵੀ ਕੰਮ ਕਰਦੀਆਂ ਪਈਆਂ ਨੇ, ਤੁਹਾਡੇ ਵਰਗੇ ਸ਼ਖਸੀਅਤਾਂ ਵੀ ਸੱਭਿਆਚਾਰ ਨੂੰ ਸੰਭਾਲ ਕੇ ਰੱਖ ਰਹੀਆਂ ਨੇ, ਪਰ ਜਿਨ੍ਹਾਂ ਦਾ ਅਸਲ ਰੋਲ ਹੁੰਦਾ ਸਰਕਾਰਾਂ ਦਾ, ਅੱਜ ਲੱਗਦਾ ਹੈ ਵੀ ਉਹ ਸਰਕਾਰਾਂ ਜਾਂ ਪ੍ਰਸ਼ਾਸਨ ਹੀ ਜਿਹੜੇ ਸਾਡੇ ਸੱਭਿਆਚਾਰ ਨੂੰ ਸੰਭਾਲਣਾ ਚਾਹੀਏ ਉਹ ਕਿਤੇ ਅਣਗੌਲਿਆਂ ਕਰ ਰਿਹਾ। ਇਹਨੂੰ ਇਸ ਦੇ ਪਿੱਛੇ ਕੀ ਕਾਰਨ ਮੰਨਦੇ? ਕਾਰਨ ਤਾਂ ਮੈਨੂੰ ਇੰਨਾ ਨਹੀਂ ਉਹ ਹੁੰਦਾ ਹੈਗਾ। ਮੈਨੂੰ ਇਹ ਹੁੰਦਾ ਹੈ ਕਿ ਜੇ ਹੋ ਸਕਦਾ ਹੈ ਸਰਕਾਰ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਹੈ ਕਿ ਜਿੰਨੇ ਵੀ ਪੰਜਾਬ ਨੂੰ, ਜਿਹੜੇ ਪੰਜਾਬੀ ਵਿਰਸੇ ਨੂੰ ਸੰਭਾਲ ਰਹੇ ਨੇ, ਉਹਨਾਂ ਲਈ ਗੈਦਰਿੰਗ ਵਾਸਤੇ ਕੋਈ ਨਾ ਕੋਈ ਕੁਝ ਕੀਤਾ ਜਾਵੇ। ਜਿਵੇਂ ਆਪਾਂ ਸਾਰੇ ਸਪੋਰਟਸ ਵਾਸਤੇ ਕਰਦੇ ਹੈਗੇ ਹਾਂ, ਤੇ ਸਾਨੂੰ ਆਪਣੇ ਵਿਰਸੇ ਨੂੰ ਸੰਭਾਲਣ ਲਈ ਵੀ ਕੋਈ ਨਾ ਕੋਈ ਪ੍ਰੋਗਰਾਮ ਜਾਂ ਕੁਝ ਚੀਜ਼ ਕਰਨੀ ਚਾਹੀਦੀ ਹੈ, ਜਿਹੜੇ ਆਪਾਂ ਵਿਰਸੇ ਨੂੰ ਸੰਭਾਲ ਰਹੇ ਹਾਂ ਅੱਗੇ ਸਭ ਨੂੰ ਦਿਖਾਈਏ। ਬਿਲਕੁਲ, ਸੱਭਿਆਚਾਰ ਨਾਲ ਜੁੜਨਾ ਬਹੁਤ ਵੱਡੀ ਸਾਡੇ ਲਈ ਚੁਣੌਤੀ ਬਣ ਗਈ ਹੈ, ਕਿਉਂਕਿ ਹਰ ਇੱਕ ਸੱਭਿਆਚਾਰ ਦਾ ਰੌਲਾ ਬਹੁਤ ਪਾਉਂਦਾ ਹੈ, ਪਰ ਅਸਲ ਦੇ ਵਿੱਚ ਸੱਭਿਆਚਾਰ ਨਾਲ ਜੁੜਨ ਦੇ ਲਈ ਸਿਰਫ ਢੋਂਗ ਕੀਤੇ ਜਾਂਦੇ ਨੇ। ਤਾਂ ਯੂਥ ਨੂੰ ਕੀ ਕਹੋਗੇ? ਤੁਹਾਡੇ ਵਰਗੀਆਂ ਕੁੜੀਆਂ ਜਿਹੜੀਆਂ ਅੱਜ ਕੱਲ੍ਹ ਕਹਿੰਦੀਆਂ ਨੇ ਵੀ ਵੈਸਟਰਨ ਕਲਚਰ ਬੈਸਟ ਹੈ, ਅਸੀਂ ਫੋਰਨ ਜਾ ਕੇ ਸੈੱਟ ਹੋਣਾ ਹੈ, ਇੱਥੇ ਸਾਡਾ ਕੁਛ ਨਹੀਂ ਬਣਨਾ। ਮੁੰਡੇ ਕੁੜੀਆਂ ਦੇ ਅੱਜ ਕੱਲ੍ਹ ਦਿਮਾਗ ਦੇ ਵਿੱਚ ਇਹ ਹੈ, ਵੱਡੇ ਜਿਹੜੇ ਗਾਇਕ ਹਥਿਆਰਾਂ ਨੂੰ ਪ੍ਰਮੋਟ ਕਰਦੇ ਨੇ, ਨਸ਼ਿਆਂ ਨੂੰ ਪ੍ਰਮੋਟ ਕਰਦੇ ਨੇ, ਜਾਂ ਜਿਸਦੇ ਅਜਿਹੇ ਗੀਤ ਆਪਾਂ ਸਾਰੇ ਸੁਣਦੇ ਹਾਂ ਵੀ ਜਿਹੜੇ ਸਾਡੇ ਪਰਿਵਾਰ ਦੇ ਵਿੱਚ ਬੈਠ ਕੇ ਵੀ ਨਹੀਂ ਸੁਣਨ ਵਾਲੇ ਹੁੰਦੇ, ਉਸ ਗੀਤਾਂ ਵੱਲ ਰੁਝਾਨ ਸਾਡੇ ਯੂਥ ਦਾ ਵੱਧ ਰਿਹਾ। ਉਸ ਯੂਥ ਨੂੰ, ਉਹਨਾਂ ਮੁੰਡਿਆਂ ਨੂੰ, ਉਹਨਾਂ ਕੁੜੀਆਂ ਨੂੰ ਕੀ ਸੁਨੇਹਾ ਦਓਗੇ ਆਪਣੇ ਸੱਭਿਆਚਾਰ ਨਾਲ ਜੁੜਨ ਲਈ? ਜੀ ਮੈਂ ਇੱਕ ਚੀਜ਼ ਕਹੂੰਗੀ, ਜੇ ਕੁਝ ਠਾਣਦੇ ਹੋ ਤਾਂ ਉਹਨੂੰ ਕਰਕੇ ਦਿਖਾਓ, ਕਿਸੇ ਨਾ ਕਿਸੇ ਲਈ ਐਗਜ਼ਾਮਪਲ ਸੈੱਟ ਕਰਕੇ ਜਾਓ, ਤੁਸੀਂ ਕਿਸੇ ਨਾ ਕਿਸੇ ਲਈ ਐਗਜ਼ਾਮਪਲ ਬਣੋ। ਮੈਨੂੰ ਇਹ ਲੱਗਦਾ ਕਿ ਮਾਡਰਨ ਜ਼ਮਾਨੇ ਦੇ ਨਾਲ ਅੱਜ ਕੱਲ੍ਹ ਕੁੜੀਆਂ ਮੁੰਡਿਆਂ ਨੂੰ ਇਹ ਲੱਗਦਾ ਪੰਜਾਬੀ ਬੋਲਣਾ ਇੰਨਾ ਵਧੀਆ ਨਹੀਂ ਮੰਨਦੇ ਹੈਗੇ, ਇੰਗਲਿਸ਼ ਬੋਲਦੇ ਨੇ ਜਾਂ ਹਿੰਦੀ ਯੂਜ਼ ਕਰਦੇ ਨੇ। ਤਾਂ ਮੈਂ ਕਹਿੰਦੀ ਹਾਂ ਕਿ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖੋ, ਬਚਾ ਕੇ ਰੱਖੋ, ਆਪਣੀ ਪੰਜਾਬੀ, ਆਪਣੀ ਮਾਂ ਬੋਲੀ ਨੂੰ ਸੰਭਾਲ ਕੇ ਰੱਖੋ, ਤੇ ਵਿਰਸੇ ਨੂੰ ਤਾਂ ਜਿਹੜੀ ਚੀਜ਼ ਅਲੋਪ ਹੋ ਰਹੀ ਹੈ ਉਹਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ, ਤੇ ਆਪਣੇ ਯੂਥ ਨੂੰ ਦੱਸਣਾ ਬਹੁਤ ਜ਼ਰੂਰੀ ਹੈ। ਜੀ ਬਿਲਕੁਲ, ਅੱਜ ਯੂਥ ਨੂੰ ਸਮਝਾਉਣ ਦੀ ਲੋੜ ਹੈ। ਤੁਹਾਨੂੰ ਰੀਤ ਕਦੀ ਦਿਮਾਗ ਦੇ ਵਿੱਚ ਇਹ ਨਹੀਂ ਆਇਆ ਹੈਗਾ ਵੀ ਚਲੋ ਪੇਰੈਂਟਸ ਵਧੀਆ ਕਮਾ ਰਹੇ ਨੇ, ਸੈੱਟ ਨੇ, ਮੈਂ ਵੀ ਪੜ੍ਹ ਲਿਖ ਗਈ ਹਾਂ, ਵੀ ਮੈਂ ਹੁਣ ਵਿਦੇਸ਼ ਜਾ ਕੇ ਆਵਾਂ, ਕਿਉਂਕਿ ਹਰ ਇੱਕ ਦਾ ਸੁਪਨਾ ਹੁੰਦਾ ਵੀ ਮੈਂ ਕੈਨੇਡਾ ਜਾ ਕੇ ਵਸਾਂ? ਆਈ ਥਿੰਕ ਮੇਰੀ ਸਾਰੀ ਫੈਮਿਲੀ ਦਾ ਹੀ ਇਹ ਹੈਗਾ ਕਿ ਅਸੀਂ ਬਾਹਰ ਘੁੰਮਣਾ ਪਸੰਦ ਕਰਦੇ ਹਾਂ, ਪਰ ਸਾਨੂੰ ਇੱਦਾਂ ਹੈ ਕਿ ਇੰਡੀਆ 'ਚ ਰਹਿਣਾ ਹੀ, ਜੇ ਅਸੀਂ ਇੰਡੀਆ 'ਚ ਰਹਿ ਕੇ ਆਪਣੀ ਕੋਈ ਸਕਸੈਸ ਲੈ ਸਕਦੇ ਹਾਂ ਤਾਂ ਆਪਾਂ ਇੰਡੀਆ 'ਚ ਰਹਿ ਕੇ ਆਪਣਾ ਵਿਰਸਾ, ਆਪਣਾ ਪੰਜਾਬ, ਇੱਥੇ ਹੀ ਆਪਾਂ ਕਰੀਏ ਸਾਰਾ ਕੁਝ। ਤਾਂ ਅਲਗੋਜ਼ੇ ਸਿੱਖ ਲਏ ਨੇ, ਅੱਗੇ ਤੁਸੀਂ ਹੋਰ ਤਿਆਰੀਆਂ ਕਰ ਰਹੇ ਹੋ ਸਾਜ਼ ਸਿੱਖਣ ਦੀਆਂ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਅਨੁਰੀਤ ਦੇ ਵੱਲੋਂ ਕੀ ਕੁਝ ਸੁਣਨ ਨੂੰ ਮਿਲ ਸਕਦਾ? ਮੈਂ ਹੁਣ ਬੀਨ ਦੇ ਵਿੱਚ ਪ੍ਰੈਕਟਿਸ ਕਰ ਰਹੀ ਹਾਂ, ਤੇ ਮੈਂ ਹੁਣ ਬੀਨ 'ਚ ਜ਼ਰੂਰ ਅੱਗੇ ਆਵਾਂਗੀ, ਯਾਨੀ ਕਿ ਉਹਦੇ ਵਿੱਚ ਵੀ ਰਿਕਾਰਡ ਬਣਾਉਣਾ? ਜੀ ਬਿਲਕੁਲ। ਤਾਂ ਜਾਂਦੇ ਅਨੁਰੀਤ ਜੀ, ਕੋਈ ਇੱਕ ਹੋਰ ਅਲਗੋਜ਼ੇ ਦੇ ਵਿੱਚ ਅਸੀਂ ਤੁਹਾਡੀ ਸੁਰ ਸੁਣਨੀ ਚਾਹਾਂਗੇ? ਜੀ ਬਿਲਕੁਲ।
ਬਹੁਤ ਬਹੁਤ ਧੰਨਵਾਦ ਅਨੁਰੀਤ ਜੀ ਸਮਾਂ ਦੇਣ ਦੇ ਲਈ, ਕਿਉਂਕਿ ਸਵੇਰ ਤੋਂ ਤੁਹਾਡਾ ਸ਼ੈਡਿਊਲ ਕਾਫੀ ਬਿਜ਼ੀ ਚੱਲ ਰਿਹਾ ਸੀਗਾ। ਜੀ ਥੈਂਕ ਯੂ ਸੋ ਮਚ। ਇੱਕ ਵਾਰ ਫਿਰ ਤੋਂ ਤੁਹਾਨੂੰ ਮੁਬਾਰਕਬਾਦ ਦਿੰਦੇ ਆ ਵੀ ਇਹ ਬਹੁਤ ਵੱਡੀ ਕਾਮਯਾਬੀ ਤੁਸੀਂ ਹਾਸਲ ਕੀਤੀ। ਧੰਨਵਾਦ ਜੀ ਬਹੁਤ ਬਹੁਤ। ਤਾਂ ਇਹ ਸਨ ਅਨੁਰੀਤਪਾਲ ਕੌਰ, ਜਿਨ੍ਹਾਂ ਦੇ ਵੱਲੋਂ ਅਲਗੋਜ਼ਿਆਂ ਦੇ ਵਿੱਚ ਮੁਹਾਰਤ ਹਾਸਲ ਕੀਤੀ ਗਈ ਹੈ। ਪੰਜਾਬੀ ਐਕਟਰ ਦੀ ਸਪੁੱਤਰੀ ਨੇ, ਪਰ ਇੱਕ ਵਿਲੱਖਣ ਪਹਿਚਾਣ ਇਹਨਾਂ ਨੇ ਸਾਡੇ ਸਮਾਜ ਦੇ ਵਿੱਚ ਕਾਇਮ ਕੀਤੀ ਹੈ। ਉਹਨਾਂ ਲੋਕਾਂ ਨੂੰ ਸੁਨੇਹਾ ਦਿੱਤਾ, ਉਹਨਾਂ ਮੁੰਡੇ ਕੁੜੀਆਂ ਨੂੰ ਸੁਨੇਹਾ ਦਿੱਤਾ ਜਿਹੜੇ ਕਹਿੰਦੇ ਨੇ ਵੀ ਵਿਦੇਸ਼ੀ ਕਲਚਰ, ਵਿਦੇਸ਼ੀ ਸੱਭਿਆਚਾਰ ਹੀ ਸਾਰਾ ਕੁਝ ਹੈ, ਆਪਣੇ ਵਿਰਸੇ ਨੂੰ, ਆਪਣੀ ਵਿਰਾਸਤ ਨੂੰ ਭੁੱਲਦੇ ਜਾ ਰਹੇ ਨੇ। ਤਾਂ ਉਮੀਦ ਹੈ ਸਾਡੀ ਇਹ ਇੰਟਰਵਿਊ ਤੁਹਾਨੂੰ ਪਸੰਦ ਆਈ ਹੋਏਗੀ। ਹੁਣ ਅਗਲੀ ਵਾਰ ਅਨੁਰੀਤਪਾਲ ਕੌਰ ਹੋਰ ਕਿਹੜਾ ਧਮਾਕਾ ਕਰਦੇ ਨੇ, ਕੀ ਕੁਝ ਲੈ ਕੇ ਆਉਂਦੇ ਨੇ, ਉਸ ਬਾਰੇ ਵੀ ਤੁਹਾਨੂੰ ਰੂਬਰੂ ਕਰਾਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਤੇ ਜੁੜੇ ਰਹੋ ਹਮਦਰਦ ਟੀਵੀ ਦੇ ਨਾਲ।